ਪ੍ਰਵਾਸੀ ਪਲੱਸ ਦੇ ਨਾਲ ਜੁੜ ਚੁੱਕੇ ਸਾਰੇ ਲਿਸਨਰਸ ਨੂੰ ਮੀਨਾਕਸ਼ੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਤੁਹਾਡਾ ਵੈਲਕਮ। ਅੱਜ ਦੇ ਪ੍ਰੋਗਰਾਮ ਦੇ ਵਿੱਚ 3 ਜੂਨ ਦਾ ਪ੍ਰੋਗਰਾਮ ਤੁਸੀਂ ਆਲਰੇਡੀ ਸਰਵਨ ਕਰ ਰਹੇ ਹੋ, ਵੀਰਵਾਰ ਦਾ ਦਿਨ, ਔਰ ਬੜਾ ਹੀ ਮਿੱਠਾ ਸ਼ਬਦ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਤੁਹਾਡੇ ਨਾਲ ਹੁਣ ਵੈਦਰ ਦੀ ਵੀ ਅਪਡੇਟ ਸਾਂਝੀ ਕਰੀ। 18 ਡਿਗਰੀ ਇਸ ਵੇਲੇ ਜਿਹੜਾ ਤਾਪਮਾਨ ਹੈ ਜਾ ਚੁੱਕਾ ਹੈ। ਹਾਈ ਅੱਜ ਦਾ ਮੈਕਸਿਮਮ ਤੱਕ ਜਾਣਾ ਹੈ 22 ਡਿਗਰੀ ਤੱਕ। ਜ਼ਿਆਦਾਤਰ ਬੱਦਲ ਰਹਿਣਗੇ ਔਰ ਥੰਡਰਸਟਾਰਮਸ ਦੀ ਵੀ ਪੂਰੀ ਪੋਸੀਬਿਲਿਟੀ ਅੱਜ ਬਣੀ ਹੋਈ ਹੈ। ਕੱਲ 25 ਡਿਗਰੀ ਹਾਈ ਹੋਏਗਾ, ਸ਼ੁੱਕਰਵਾਰ ਨੂੰ ਧੁੱਪ ਨਿਕਲੇਗੀ ਪਰ ਬਾਰਿਸ਼ ਵੀ ਹੋਏਗੀ, ਬੱਦਲ ਹੋਣਗੇ। ਸ਼ਨੀ ਇਤਵਾਰ ਨੂੰ ਥੋੜੀ ਧੁੱਪ ਥੋੜੇ ਬੱਦਲ, ਔਰ ਸ਼ਨੀਵਾਰ ਨੂੰ ਹਾਈ ਹੋਏਗਾ 30 ਤੇ ਇਤਵਾਰ ਨੂੰ ਹੋਏਗਾ 32 ਡਿਗਰੀ ਤਾਪਮਾਨ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਿਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. ਗੱਲ ਕਰੀਏ ਤੇ 870 ਨਵੇਂ ਕੇਸਿਸ ਹੁਣ ਜਿਹੜੇ ਆਏ ਹੈਗੇ ਪਿਛਲੇ 24 ਘੰਟਿਆਂ ਦੇ ਵਿੱਚ। 10 ਮੌਤਾਂ ਹੋਈਆਂ ਨੇ ਔਰ ਪਹਿਲੀ ਵਾਰੀ ਕੀ ਹੋਇਆ ਹੈ ਕਿ 7 ਮਹੀਨਿਆਂ ਦੇ ਵਿੱਚ ਪਹਿਲੀ ਵਾਰੀ ਐਕਟਿਵ ਕੇਸਿਸ ਦੀ ਜਿਹੜੀ ਗਿਣਤੀ ਹੈ 10,000 ਤੋਂ ਥੱਲੇ ਆਈ ਹੈ। ਔਰ ਕੇਸਿਸ ਜਿਹੜੇ ਨੇ ਮੰਗਲਵਾਰ ਨੂੰ 699 ਰਿਪੋਰਟ ਕੀਤੇ ਗਏ ਸੀਗੇ ਔਰ ਬੁੱਧਵਾਰ ਨੂੰ 733 ਸੀਗੇ, ਜਦਕਿ ਅੱਜ 870 ਨਵੇਂ ਕੇਸਿਸ ਆਏ ਹੈ। ਜੀਟੀ ਦੇ ਵਿੱਚ ਜੇ ਦੇਖਿਆ ਜਾਏ ਤੇ ਟੋਰਾਂਟੋ ਦੇ ਵਿੱਚ 225 ਨਵੇਂ ਕੇਸਿਸ ਆਏ ਨੇ, ਪੀਲ ਦੇ ਵਿੱਚ 167, ਯਾਰਕ ਦੇ ਵਿੱਚ 28 ਕੇਸਿਸ ਨੇ, ਡਰਹਮ ਰੀਜਨ ਦੇ ਵਿੱਚ 44 ਕੇਸਿਸ, ਹਾਲਟਨ ਦੇ ਵਿੱਚ 18 ਤੇ ਹੈਮਿਲਟਨ ਦੇ ਵਿੱਚ 45 ਕੇਸਿਸ ਆਏ ਹੈ। ਡੈਥਸ ਦੀ ਗਿਣਤੀ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ, ਜਿਹੜੀ ਉਹ ਵੀ ਥੋੜੀ ਕਰਕੇ ਥੋੜੇ ਨੰਬਰ ਜਿਹੜੇ ਹੈ ਉਹ ਵੱਧ ਰਹੇ ਨੇ। 8,801 ਮੌਤਾਂ ਹੁਣ ਤੱਕ ਜਿਹੜੀਆਂ ਹੋ ਚੁੱਕੀਆਂ ਨੇ ਔਰ ਐਕਟਿਵ ਕੇਸਿਸ ਦੀ ਗਿਣਤੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਹੈ ਕਿ 10,000 ਤੋਂ ਘਟੀ ਹੈ। 9,961 ਐਕਟਿਵ ਕੇਸਿਸ ਇਸ ਵੇਲੇ ontario ਦੇ ਵਿੱਚ ਹੈਗੇ ਹੈ। ਰਿਕਵਰ ਜਿਹੜੇ ਲੋਕ ਹੁਣ ਤੱਕ ਹੋ ਚੁੱਕੇ ਨੇ 5,14,999 ਔਰ 9 ਨਵੰਬਰ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਐਕਟਿਵ ਕੇਸਿਸ ਦੀ ਗਿਣਤੀ ਜਿਹੜੀ ਹੈ 10,000 ਤੋਂ ਘਟੀ ਹੈਗੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 34,277 ਟੈਸਟ ਜਿਹੜੇ ਕੀਤੇ ਗਏ ਨੇ। 2.8% ਹੁਣ ਜਿਹੜਾ ਹੈ ਪੋਜ਼ਿਟਿਵਿਟੀ ਰੇਟ ਹੈਗਾ ontario ਦਾ। ਹਸਪੀਟਲ ਦੇ ਵਿੱਚ 729 ਲੋਕ ਆਪਣੀ ਜਿਹੜੀ ਟ੍ਰੀਟਮੈਂਟ ਕਰਾ ਰਹੇ ਨੇ, ਜਿਨ੍ਹਾਂ ਵਿੱਚੋਂ 546 ਲੋਕ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਹੈਗੇ ਹੈ ਔਰ ਇਸ ਦੇ ਵਿੱਚ ਕੁਝ ਕੇਸਿਸ ਜਿਹੜੇ ਨੇ ਮੈਨੀਟੋਬਾ ਤੋਂ ਵੀ ਟ੍ਰਾਂਸਫਰ ਹੋਏ ਨੇ ICU ਦੇ ਵਿੱਚ, ਜਿਨ੍ਹਾਂ ਦੀ ਗਿਣਤੀ 30 ਤੋਂ ਉੱਪਰ ਹੈ ਪਰ ਐਗਜ਼ੈਕਟ ਨੰਬਰ ਹਜੇ ਤੱਕ ਨਹੀਂ ਦੱਸਿਆ ਜਾ ਰਿਹਾ। ਔਰ 370 ਲੋਕ ਇਸ ਵੇਲੇ ਵੈਂਟੀਲੇਟਰ ਦੀ ਮਦਦ ਦੇ ਨਾਲ ਸਾਹ ਲੈ ਰਹੇ ਨੇ ਔਰ ਕਾਫੀ ਸਾਰੇ ਜਿਹੜੇ ਕੇਸਿਸ ਹੁਣ ਡੈਲਟਾ ਵਾਇਰਸ ਦੇ ਜਿਹੜਾ ਕਿ ਇੰਡੀਆ ਤੋਂ ਵਾਇਰਸ ਆਇਆ ਉਸਦੇ ਆ ਰਹੇ ਨੇ। ਪਹਿਲਾਂ UK ਦੇ ਜਿਹੜੇ ਵਾਇਰਸ ਤੇ ਜ਼ਿਆਦਾ ਕੇਸਿਸ ਆ ਰਹੇ ਸੀਗੇ, B117 ਜਿਹੜਾ ਹੈ ਵਾਇਰਸ, ਇਹ ਵੇਰੀਐਂਟ ਜਿਹੜਾ ਹੈ ਇਹ ਜ਼ਿਆਦਾਤਰ ਫੈਲ ਰਿਹਾ ਸੀਗਾ, ਪਰ ਹੁਣ ਡੈਲਟਾ ਵਾਇਰਸ ਤੇ ਵੀ ਕਾਫੀ ਕੇਸਿਸ ਆ ਰਹੇ ਨੇ ਔਰ ਦੇਖਿਆ ਜਾ ਰਿਹਾ ਹੈ ਕਿ 23% ਜਿਹੜੇ ਨਵੇਂ ਕੇਸਿਸ ਆ ਰਹੇ ਨੇ ਉਹ ਸਾਰੇ ਡੈਲਟਾ ਵਾਇਰਸ ਦੇ ਨੇ ਜਿਹੜਾ ਕਿ ਇੰਡੀਆ ਤੋਂ ਆਇਆ ਹੈ। ਔਰ ਹੁਣ ਤੱਕ ਕਾਫੀ ਸਾਰੀ ਵੈਕਸੀਨੇਸ਼ਨਸ ਵੀ ਜਿਹੜੀਆਂ ਲੱਗ ਰਹੀਆਂ ਨੇ ਔਰ ਕੱਲ ਦੇ ਵਿੱਚ 1,50,884 ਵੈਕਸੀਨਸ ਜਿਹੜੀਆਂ ਲਗਾਈਆਂ ਗਈਆਂ ਨੇ। ਟੋਟਲ 9.4 ਮਿਲੀਅਨ ਲੋਕ ਜਿਹੜੇ ਨੇ ontario ਦੇ ਵਿੱਚ ਉਹ ਵੈਕਸੀਨੇਟ ਹੋ ਚੁੱਕੇ ਨੇ ਇੱਕ ਸ਼ਾਟ ਦੇ ਨਾਲ ਔਰ ਤਕਰੀਬਨ 8,35,000 ਲੋਕ ਜਿਹੜੇ ਨੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਦੋਨੋਂ ਡੋਜ਼ਸ ਵੈਕਸੀਨ ਦੀਆਂ ਹੁਣ ਮਿਲ ਚੁੱਕੀਆਂ ਨੇ। ਆਪਣੇ ਘਰ ਜਾਂ ਕਾਰੋਬਾਰ ਤੇ ਵਾਈਫਾਈ ਦੇ ਇਸ਼ੂ ਤੋਂ Hi, I'm Karan Daliwal, your mortgage broker. See what happened to my clients when I get their mortgage approved. Baby, I like it. The way you move on the floor. The best mortgage rate excitement. Go out and smash it. Like on my And of course, debt consultation. Well, I'm just doing my job.
I don't know why these accidents keeps happening. मैं अभय माथुर। नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूं, आप वहां पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। ਨੂੰ ਨੰਬਰ ਦਈਏ ਲਖਵਿੰਦਰ ਸਿੰਘ ਮੁਲਤਾਨੀ ਹੋਰਾਂ ਦਾ, ਜਿਨ੍ਹਾਂ ਦੇ ਕੋਲ ਬੜੇ ਤਿੰਨ ਸ਼ਾਨਦਾਰ ਪ੍ਰਾਪਰਟੀਜ਼ ਨੇ। ਇੱਕ ਤੇ ਨਿਆਗਰਾ ਫਾਲ ਦੇ ਵਿੱਚ ਇਹਨਾਂ ਕੋਲ 4 ਬੈਡਰੂਮ ਦਾ ਘਰ ਹੈ ਔਰ ਬੇਸਮੈਂਟ ਦੀ ਫਿਨਿਸ਼ਡ ਹੈ। ਇੱਕ ਇਹਨਾਂ ਕੋਲ ਸਟੋਨੀ ਕ੍ਰੀਕ ਦੇ ਵਿੱਚ ਘਰ ਹੈ 4 ਬੈਡਰੂਮ ਦਾ, ਬੇਸਮੈਂਟ ਫਿਨਿਸ਼ ਨਹੀਂ ਹੈ। ਔਰ ਇੱਕ ਇਹਨਾਂ ਕੋਲ ਹਾਈਵੇ 8 ਦੇ ਇਲਾਕੇ ਦੇ ਵਿੱਚ ਸਟੋਨੀ ਕ੍ਰੀਕ ਦੇ ਵਿੱਚ, ਜਿਹੜਾ ਸਿਟੀ ਹਾਲ ਦੇ ਬਿਲਕੁਲ ਨੇੜੇ 100 ਬਾਈ 250 ਸਕੁਅਰ ਫੁੱਟ ਦਾ ਇੱਕ ਬੜਾ ਸ਼ਾਨਦਾਰ ਲਾਟ ਹੈ। ਤੋ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ, ਅਸੀਂ ਇਹਨਾਂ ਦਾ ਵੈਲਕਮ ਕਰਦੇ ਹਾਂ। ਰਾਇਲ ਸਟਾਰ ਨਾਲ ਕੰਮ ਕਰਦੇ ਆ ਲਖਵਿੰਦਰ ਮੁਲਤਾਨੀ। ਤੁਸੀਂ ਫੋਨ ਕਰ ਲਓ 2894074422। ਇਹ ਉਹ ਪ੍ਰੋਪਰਟੀਜ਼ ਨੇ ਜਿਹੜੀਆਂ ਐਕਸਕਲੂਸਿਵ ਨੇ। ਤੋ ਕਾਲ ਕਰੋ 2894074422 ਜੇ ਤੁਸੀਂ ਇਹਨਾਂ 'ਚੋਂ ਕੋਈ ਵੀ ਪ੍ਰੋਪਰਟੀ ਚਾਹੁੰਦੇ ਹੋ ਖਰੀਦਣੀ। ਇੱਕ ਪਤੀ ਜਿਸਨੇ ਕਿ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ, ਲੱਗਦਾ ਹੈ ਉਸਨੂੰ ਅਰੈਸਟ ਕਰ ਲਿੱਤਾ ਗਿਆ ਹੈ। ਔਰ ਇਹ ਘਟਨਾ ਘਟੀ ਹੈ ਬਰੈਂਪਟਨ ਦੇ ਵਿੱਚ। ਇਸ ਔਰਤ ਨੂੰ ਜਿਹੜਾ ਹੈ ਇੱਥੇ ਡੈਡ ਪਾਇਆ ਗਿਆ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ 64 ਸਾਲ ਦਾ ਆਦਮੀ ਹੈ ਜਿਸਨੂੰ ਇਹ ਸਸਪੈਕਟਡ ਮਰਡਰਰ ਹੈਗਾ ਹੈ ਆਪਣੀ ਵਾਈਫ ਦਾ। ਔਰ ਇਹ ਬਰੈਂਪਟਨ ਦੀ ਇੱਕ ਟ੍ਰੇਲ ਦੇ ਵਿੱਚ ਪਾਇਆ ਗਏ। ਕੱਲ ਰਾਤ 9 ਵਜੇ ਦੀ ਘਟਨਾ ਹੈਗੀ ਟੈਂਪਲ ਹਿਲ ਰੋਡ ਔਰ ਰੌਸ ਡਰਾਈਵ ਦੇ ਉੱਪਰ, ਜਿਹੜਾ ਕਿ ਡਿਕਸੀ ਰੋਡ ਔਰ ਕੰਟਰੀ ਡਰਾਈਵ ਦੇ ਨੇੜੇ ਹੈਗਾ। ਔਰ ਆਫੀਸਰਸ ਨੂੰ ਇੱਕ ਔਰਤ ਇੱਥੇ ਮਿਲੀ ਜਿਸ ਦੇ ਉੱਪਰ ਪੂਰੀ ਤਰ੍ਹਾਂ ਨਾਲ ਲੱਗ ਰਿਹਾ ਸੀਗਾ ਕਿ ਪੂਰੇ ਸਾਈਨ ਸੀਗੇ ਟਰਾਮਾ ਦੇ, ਸਫਰਿੰਗ ਦੇ ਔਰ ਕ੍ਰਿਟੀਕਲ ਇੰਜਰੀਜ਼ ਇਸ ਨੂੰ ਆਈਆਂ ਹੋਈਆਂ ਸੀਗੀਆਂ। ਲਾਈਫ ਸੇਵਿੰਗ ਮੈਜਰਸ ਇਸ ਔਰਤ ਦੇ ਉੱਪਰ ਪਰਫਾਰਮ ਕੀਤੇ ਗਏ, ਪਰ ਇਸ ਨੂੰ ਫਿਰ ਮੌਕੇ ਤੇ ਸੀਨ ਤੇ ਹੀ ਡੈਡ ਪ੍ਰਨਾਉਂਸ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਟਨੈਸ ਨੇ ਦੇਖਿਆ ਸੀਗਾ ਕਿ ਇੱਕ ਆਦਮੀ ਔਰ ਔਰਤ ਇਸ ਪਾਥ ਦੇ ਉੱਪਰ ਜਿਹੜਾ ਹੈ ਬਹਿਸ ਕਰਦੇ ਹੋਏ ਵਾਕ ਕਰ ਰਹੇ ਸੀਗੇ। ਔਰ ਜਦੋਂ ਥੋੜੀ ਦੇਰ ਬਾਅਦ ਕੁਝ ਮਿੰਟਾਂ ਬਾਅਦ ਇਹ ਵਾਪਸ ਉਸ ਰਸਤੇ ਤੇ ਆਇਆ ਤੇ ਇਸਨੇ ਦੇਖਿਆ ਜਿਹੜੀ ਔਰਤ ਹੈ ਜ਼ਮੀਨ ਤੇ ਲੇਟੀ ਪਈ ਹੈ, ਡਿੱਗੀ ਹੋਈ ਹੈ। ਔਰ ਇਸਨੇ ਪੁਲਿਸ ਨੂੰ ਕਾਲ ਕੀਤਾ ਔਰ ਫਿਰ ਪੁਲਿਸ ਨੇ ਇਸ ਆਦਮੀ ਨੂੰ ਆਇਡੈਂਟੀਫਾਈ ਕੀਤਾ ਹੈ। 64 ਸਾਲ ਦਾ ਆਦਮੀ ਹੈ, ਦਲਬੀਰ ਰੰਧਾਵਾ ਬਰੈਂਪਟਨ ਦਾ। ਔਰ ਇਹ ਇਸ ਔਰਤ ਦਾ ਪਤੀ ਹੈ ਜਰਨੈਲ ਸਿੰਘ ਰੰਧਾਵਾ ਬਰੈਂਪਟਨ ਤੋਂ, ਜਿਸ ਨੂੰ ਅਰੈਸਟ ਕੀਤਾ ਗਿਆ ਹੈ। ਸੈਕੰਡ ਡਿਗਰੀ ਮਰਡਰ ਦੇ ਇਸ ਤੇ ਉੱਪਰ ਫਿਲਹਾਲ ਚਾਰजेस ਲੱਗੇ ਹੋਏ ਨੇ। ਕੋਰਟ ਦੇ ਵਿੱਚ ਇਸ ਦੀ ਪੇਸ਼ੀ ਜਿਹੜੀ ਹੈ ਉਹ ਹੈਗੀ ਹੈ ਅੱਜ ਹੀ। ਜੀ ਦਲਵੀਰ ਕੌਰ ਰੰਧਾਵਾ ਐਕਚੁਅਲੀ ਵਿਕਟਮ ਨੇ ਔਰ ਜਰਨੈਲ ਰੰਧਾਵਾ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਤਲ ਦਾ, ਸੈਕੰਡ ਡਿਗਰੀ ਮਰਡਰ ਦਾ। ਤਾਂ ਆਪਣੀ ਹੀ ਪਤਨੀ ਉਹਨਾਂ ਦੀ ਦਲਵੀਰ ਕੌਰ ਰੰਧਾਵਾ ਜਿਹਦਾ ਉਹਨਾਂ ਨੇ ਕਤਲ ਕੀਤਾ ਹੈ, ਇਹ ਪੁਲਿਸ ਦਾ ਕਹਿਣਾ ਹੈ। ਔਰ ਪੁਲਿਸ ਨੇ ਇਸ ਬੰਦੇ ਨੂੰ ਅਰੈਸਟ ਕੀਤਾ ਹੈ। ਇਹ ਆਪ ਹੀ ਬੰਦਾ ਅਸਲ ਦੇ ਵਿੱਚ ਪੁਲਿਸ ਨੂੰ ਇਹਨੇ ਸੰਪਰਕ ਕੀਤਾ, ਪਤਾ ਲੱਗਾ ਹੈ। ਔਰ ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈ ਕਿ ਦੋਨੋਂ ਸੈਰ ਕਰਦੇ ਦੇਖੇ ਗਏ ਥੋੜੀ ਦੇਰ ਪਹਿਲਾਂ ਗੁਆਂਢੀਆਂ ਵੱਲੋਂ। ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਇਹ ਪ੍ਰੀ ਐਮਟਿਵ ਮਰਡਰ ਨਹੀਂ ਸੀਗਾ, ਜਿਹੜਾ ਕੋਈ ਪਹਿਲਾਂ ਪ੍ਰੀ ਪਲਾਨਡ ਮਰਡਰ ਨਹੀਂ ਸੀਗਾ। ਅਸਲ ਦੇ ਵਿੱਚ ਕੋਈ ਆਪਸ 'ਚ ਕਹਿ ਸੁਣੀ ਹੋ ਗਈ ਪਤੀ ਪਤਨੀ ਦੀ, ਗਰਮਾ ਗਰਮੀ ਇੰਨੀ ਵੱਧ ਗਈ ਕਿ ਹੱਥੋਂ ਪਾਈ ਹੋ ਗਏ। ਔਰ ਬੰਦੇ ਨੂੰ ਵੀ ਵੈਸੇ ਸੱਟਾਂ ਲੱਗੀਆਂ ਹੋਈਆਂ ਪਰ ਬੰਦੇ ਨੂੰ ਕੋਈ ਸੀਰੀਅਸ ਇੰਜਰੀ ਨਹੀਂ ਆਈਆਂ। ਔਰ ਪੁਲਿਸ ਨੇ ਦੱਸਿਆ ਹੈ ਕਿ ਉਸ ਨੂੰ ਇਹ ਲੈ ਕੇ ਅਰੈਸਟ ਕਰਕੇ ਪਹਿਲਾਂ ਹਸਪੀਟਲ ਲੈ ਕੇ ਗਏ ਆ, ਉੱਥੇ ਉਹਦਾ ਟ੍ਰੀਟਮੈਂਟ ਕਰਵਾਇਆ ਹੈ, ਫਿਰ ਉਸ ਨੂੰ ਉਸ ਤੋਂ ਬਾਅਦ ਪੁਲਿਸ ਨੇ ਅਰੈਸਟ ਕੀਤਾ ਹੈ। ਤੋ ਜੇ ਵਾਕ ਕਰਦੇ ਸੀਗੇ ਤੇ ਇਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਕੁਝ ਹਥਿਆਰ ਵਗੈਰਾ ਵੀ ਹੋਣ ਦੀ ਕੋਈ ਪੋਸਿਬਿਲਿਟੀ ਨਹੀਂ ਹੈਗੀ ਕਿ ਸਿੰਪਲੀ ਵਾਕ ਕਰਦੇ ਸੀਗੇ ਔਰ ਆਪਸ ਦੇ ਵਿੱਚ ਕੁਝ ਬਹਿਸ ਹੋ ਗਈ ਤੇ ਝੜਪ ਹੋ ਗਈ ਤੇ ਉਸ ਦੇ ਨਾਲ ਹੀ ਇੰਨੀ ਇੰਜਰੀਜ਼ ਇਹਨਾਂ ਦੇ ਲੱਗ ਗਈਆਂ। ਹਾਂ ਬਿਲਕੁਲ ਜੀ। ਔਰ ਇਹਦੇ ਅਜੇ ਪਤਾ ਕਰ ਰਹੀ ਹੈ ਪੁਲਿਸ ਕਿ ਹੋਇਆ ਕੀ ਹੈ। ਕਿ ਔਰਤ ਕੋਈ ਲੜਾਈ ਝਗੜੇ ਤੋਂ ਬਾਅਦ ਹਾਰਟ ਅਟੈਕ ਆ ਗਿਆ ਉਸਨੂੰ। ਕਈ ਵਾਰੀ ਇਹ ਵੀ ਹੁੰਦਾ ਕਿ ਹੱਥੋਂ ਪਾਈ ਹੁੰਦਿਆਂ BP ਵੱਧ ਗਿਆ, ਹਾਰਟ ਅਟੈਕ ਆ ਗਿਆ, ਡੈਥ ਉਹਦੇ ਨਾਲ ਹੋ ਗਈ ਹੋਵੇ। ਤਾਂ ਮਰਡਰ ਦਾ ਉਹਦਾ ਕੋਈ ਇੰਟੈਂਸ਼ਨ ਨਾ ਵੀ ਹੋਵੇ। ਪਰ ਇਹ ਸਾਰੀਆਂ ਗੱਲਾਂ ਹਜੇ ਇਮੀਡੀਏਟਲੀ ਅਜੇ ਹੁਣੇ ਬ੍ਰੇਕਿੰਗ ਨਿਊਜ਼ ਹੈ, ਥੋੜੀ ਦੇਰ ਪਹਿਲਾਂ ਹੀ ਨਾਮ ਵੀ ਰਿਲੀਜ਼ ਹੋਣੇ ਕੀਤੇ ਗਏ ਹੈ। ਘਟਨਾ ਬੇਸ਼ੱਕ ਰਾਤ ਦੀ ਹੈ
ਲੇਕਿਨ ਰਿਲੀਜ਼ ਪੁਲਿਸ ਨੇ ਜਾਣਕਾਰੀ ਮਾਰਨਿੰਗ ਹੀ ਕੀਤੀ ਹੈ ਔਰ ਇਹ ਬੜਾ ਦੁਖਦਾਈ ਹੈ ਜੀ। ਆਪਣੇ ਕਮਿਊਨਿਟੀ ਦੇ ਵਿੱਚ ਕੋਵਿਡ ਚੱਲ ਰਿਹਾ ਹੈ ਔਰ ਇਸ ਪੈਂਡੈਮਿਕ ਦੇ ਦੌਰਾਨ ਲੋਕ ਘਰਾਂ 'ਚ ਬੈਠੇ ਹੈ ਔਰ ਕਈ ਲੋਕ ਜਿਹੜੇ ਮਾਨਸਿਕ ਕਈ ਤਰ੍ਹਾਂ ਦੀਆਂ ਐਸੇ ਹਾਲਾਤਾਂ 'ਚੋਂ ਗੁਜ਼ਰ ਰਹੇ ਹੈ। ਤਾਂ ਪਲੀਜ਼ ਸੰਯਮ ਰੱਖੋ। ਔਰ ਅੱਜ ਅਸੀਂ ਜੌਹਲ ਸਾਹਿਬ ਨਾਲ ਵੀ ਗੱਲ ਕੀਤੀ ਹੈ, ਜਿਹੜੇ ਬੜੇ ਮਸ਼ਹੂਰ ਪੱਤਰਕਾਰ ਨੇ, ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਫੋਕੀ ਟੌਰ ਫੋਕਾ ਦਿਖਾਵਾ, ਕਈ ਲੋਕ ਜਿਹੜੇ ਦਿਖਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਐਸੀਆਂ ਹਰਕਤਾਂ ਕਰ ਬੈਠਦੇ ਹੈ। ਕਈ ਵਾਰੀ ਲੋੜ ਤੋਂ ਵੱਧ ਆਕੜ ਵੀ ਇਨਸਾਨ ਨੂੰ ਨੁਕਸਾਨ ਕਰਵਾਉਂਦੀ ਹੈ। ਕਈ ਫੈਕਟਰ ਹੋ ਸਕਦੇ ਹੈ, ਪਰ ਐਨੀਵੇ ਬੜੀ ਅਨਫਾਰਚੂਨੇਟ ਡੈਥ ਹੈ। ਔਰ ਇਹਦਾ ਕੀ ਕਾਰਨ ਹੋਇਆ, ਐਸਾ ਕੀ ਹੋਇਆ ਕਿ ਇਮੀਡੀਏਟਲੀ ਜਿਹੜੀ ਆਪਸ ਦੇ ਵਿੱਚ ਕਹਾ ਸੁਣੀ ਇਸ ਹੱਦ ਤੱਕ ਚਲੀ ਗਈ ਹੈ। ਇਹਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਰਾਤ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਟੌਪ 8 at 8 ਪ੍ਰਵਾਸੀ ਟੀਵੀ ਤੇ ਪੇਸ਼ ਕਰਾਂਗੇ, ਉਹਦੇ 'ਚ ਦੇਣ ਦੀ ਕੋਸ਼ਿਸ਼ ਕਰਾਂਗੇ। ਜੀ ਹਾਂ, ਔਰ ਇਹ ਤੇ ਕੇਸ ਜਿਹੜਾ ਹੈ ਸਾਹਮਣੇ ਆਇਆ ਹੈ ਜਿੱਦਾਂ ਕਿ ਇੰਨੇ ਕਿ ਹੱਦ ਤੱਕ ਵੱਧ ਗਿਆ ਹੈ ਕਿ ਕੇਸ ਸੁਰਖੀਆਂ ਦੇ ਵਿੱਚ ਆ ਗਿਆ। ਪਰ ਇਸ ਤਰ੍ਹਾਂ ਦੀ ਕਿੰਨੀਆਂ ਘਟਨਾਵਾਂ ਘਰਾਂ ਦੇ ਵਿੱਚ ਹੋ ਰਹੀਆਂ ਹੋਣਗੀਆਂ ਫਿਲਹਾਲ, ਜਿਹੜੇ ਕਿ ਲੋਕੀ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਕੱਲੇ ਰਹਿ ਰਹੇ ਨੇ ਜਾਂ ਕਿਉਂਕਿ ਜਿਹੜਾ ਸਟੇ ਐਟ ਹੋਮ ਆਰਡਰ ਇੰਨੀ ਦੇਰ ਦਾ ਲੱਗਿਆ ਹੋਇਆ ਸੀਗਾ ਔਰ ਹਜੇ ਵੀ ਬਹੁਤ ਜ਼ਿਆਦਾ ਪੋਸੀਬਿਲਿਟੀਜ਼ ਨਹੀਂ ਹੈ ਕਿ ਲੋਕੀ ਬਾਹਰ ਜਾਣ, ਕਿੱਥੇ ਜਾਣਗੇ। ਤੇ ਜਿਹੜਾ ਸੋਸ਼ਲ ਸਿਸਟਮ ਦੇ ਨਾਲ ਜਿਹੜਾ ਹੈ, ਸੋਸ਼ਲ ਸਰਕਲ ਦੇ ਨਾਲ ਜਿਹੜਾ ਕਨੈਕਸ਼ਨ ਹੈ ਫਿਲਹਾਲ ਹਜੇ ਕੱਟਿਆ ਹੋਇਆ ਹੈ। ਤੇ ਇਸ ਕੇਸ ਦੇ ਵਿੱਚ ਤੋਂ ਇਹ ਵੀ ਪਤਾ ਚੱਲਦਾ ਕਿ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਗਿਣਤ ਇਸ ਤਰ੍ਹਾਂ ਦੇ ਕੇਸਿਸ ਹੋਣਗੇ ਜਿੱਥੇ ਕਿ ਕਾਫੀ ਹੱਦ ਤੱਕ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਹੋਣਗੀਆਂ। ਹੋ ਸਕਦਾ ਕਿ ਇਸ ਲੈਵਲ ਤੱਕ ਤੇ ਆਫਕੋਰਸ ਐਸਕੇਲੇਟ ਨਹੀਂ ਹੁੰਦੀਆਂ, ਜੋ ਹੋਣਗੀਆਂ ਤੇ ਉਹ ਖਬਰਾਂ ਵਿੱਚ ਆਉਣਗੀਆਂ, ਪਰ ਇਸ ਤਰ੍ਹਾਂ ਦੀ ਕਾਫੀ ਪਰੇਸ਼ਾਨੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਫੈਮਿਲੀ ਸਿਸਟਮਸ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਹੋ ਸਕਦੀਆਂ ਨੇ। ਬਿਲਕੁਲ ਠੀਕ ਹੈ ਜੀ। ਔਰ ਅੱਜ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਾਤ ਨੂੰ ਟੌਪ 8 at 8 ਦੇ ਵਿੱਚ। ਪਾਣੀ ਚੋਰੀ ਕਰਦੇ ਹੋਏ 2 ਆਪਣੇ ਪੰਜਾਬੀ ਨੌਜਵਾਨ ਜਿਹੜੇ ਆ ਉਹ ਫੜੇ ਗਏ ਕੈਲਡਨ ਦੇ ਵਿੱਚ। ਇਹੋ ਜਿਹੀਆਂ ਹਰਕਤਾਂ ਵੀ ਲੋਕ ਕਰਨ ਲੱਗ ਪਏ ਆ ਕਿ ਪਾਣੀ ਚੋਰੀ ਕੀਤਾ ਹੈ। ਔਰ ਇਹ ਵੀ ਤੁਹਾਨੂੰ ਦੱਸ ਦਈਏ ਜੀ ਕਿ ਇਸ ਮੁਲਕ ਦੇ ਵਿੱਚ ਤੁਸੀਂ ਕਿਸੇ ਨੂੰ ਥ੍ਰੈਟ ਨਹੀਂ ਕਰ ਸਕਦੇ, ਤੁਸੀਂ ਕੋਈ ਪਾਣੀ ਨਹੀਂ ਚੋਰੀ ਕਰ ਸਕਦੇ। ਬੜੀਆਂ ਸਾਰੀਆਂ ਐਸੀਆਂ ਗੱਲਾਂ ਹੈ ਜਿਹੜੀਆਂ ਕ੍ਰਿਮੀਨਲ ਨੇ ਔਰ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਔਰ ਉਹ ਸੋਚਦਾ ਕਿ ਚਲੋ ਜੀ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਟੂਟੀ ਲੱਭੀ ਪਾਣੀ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਇਹ ਕ੍ਰਾਈਮ ਹੈ, ਕ੍ਰਿਮੀਨਲ ਮੈਟਰ ਹੈ। ਇਹ ਕੋਈ ਫੌਜਦਾਰੀ ਦਾ ਮੁਕੱਦਮਾ ਨਹੀਂ, ਕੋਈ ਟਿਕਟ ਨਹੀਂ ਮਿਲਣੀ ਤੁਹਾਨੂੰ, ਇਹ ਕ੍ਰਿਮੀਨਲ ਮੈਟਰ ਹੈ ਔਰ ਇਹ ਬੰਦੇ ਚਾਰਜ ਹੋਏ ਆ ਬਕਾਇਦਾ। ਤਾਂ ਅਜੇ ਅਸੀਂ ਇਸ ਮੁਲਕ 'ਚ ਆਏ ਹਾਂ, ਕੈਨੇਡਾ ਵਰਗੇ ਮੁਲਕ 'ਚ, ਬੜਾ ਵਧੀਆ ਮੁਲਕ ਹੈ, ਸਾਰੀਆਂ ਸਹੂਲਤਾਂ ਮਿਲਦੀਆਂ, ਬਹੁਤ ਅੱਛੀ ਜ਼ਿੰਦਗੀ ਜੀ ਸਕਦੇ ਹੋ। ਲੇਕਿਨ ਇਸ ਮੁਲਕ ਦੇ ਕੁਝ ਤੌਰ ਤਰੀਕੇ ਹੈ, ਇਸ ਮੁਲਕ ਦੇ ਕੁਝ ਕਾਨੂੰਨ ਨੇ। ਜੇ ਤੁਹਾਨੂੰ ਨਹੀਂ ਪਤਾ ਤਾਂ ਸਿੱਖੋ ਪਹਿਲਾਂ। ਇੱਥੇ ਆ ਕੇ ਨਹੀਂ ਕਿ ਆਉਂਦੇ ਹੀ ਸਾਰੀਆਂ ਸਹੂਲਤਾਂ ਹੀ ਤੁਸੀਂ ਮੰਨਣੀਆਂ। ਇੱਥੇ ਆ ਕੇ ਇੱਥੋਂ ਦੇ ਜਿਹੜੇ ਕਾਨੂੰਨ ਹੈ, ਜਿਹੜੇ ਲਾਅ ਹੈ, ਉਹਨਾਂ ਨੂੰ ਵੀ ਸਭ ਪਹਿਲਾਂ ਸਮਝੋ, ਪੜ੍ਹੋ। ਔਰ ਰਿਸਪੌਂਸਿਬਿਲਿਟੀ ਵੀ ਸਾਡੀਆਂ ਨਾਲ ਬਣਦੀਆਂ ਕਿ ਅਸੀਂ ਇਸ ਮੁਲਕ ਦੇ ਕਾਨੂੰਨ ਨੂੰ ਪਹਿਲਾਂ ਸਮਝ ਲਈਏ। ਸਾਨੂੰ ਇੱਕ ਦਿਨ ਦੱਸ ਕੇ ਗਏ ਸਾਡੇ ਕ੍ਰਿਮੀਨਲ ਲਾਇਰ, ਸਾਡੇ ਰੇਡੀਓ ਤੇ ਆਏ ਸੀ ਕਿ ਕੰਧ ਤੇ ਤੁਸੀਂ ਬੱਚੇ ਦੀ ਨੰਗੀ ਤਸਵੀਰ ਨਹੀਂ ਟੰਗ ਸਕਦੇ, ਇਹ ਪੋਰਨੋਗ੍ਰਾਫੀ ਦਾ ਤੁਸੀਂ ਚਾਰਜ ਹੋ ਸਕਦੇ ਹੋ। ਇੰਡੀਆ 'ਚ ਅਸੀਂ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਇੱਥੇ ਬੜਾ ਸੀਰੀਅਸ ਮੈਟਰ ਹੋ ਜਾਂਦਾ ਹੈ। ਤੁਸੀਂ ਕਿਸੇ ਸਟੋਰ 'ਚ ਜਾਓ, ਤੁਸੀਂ ਬਿਨਾਂ ਉਹਨਾਂ ਦੀ ਇਜਾਜ਼ਤ ਤੋਂ ਉੱਥੇ ਉਹਨਾਂ ਦੇ ਕਿਸੇ ਪ੍ਰੋਡਕਟ ਦੀ ਫੋਟੋ ਨਹੀਂ ਖਿੱਚ ਸਕਦੇ। ਇਹ ਵੀ ਕ੍ਰਿਮੀਨਲ ਮੈਟਰ ਹੈ। ਤਾਂ ਕ੍ਰਾਈਮ ਹੈ, ਚਾਰਜ ਹੁੰਦੇ ਹੋ ਤੁਸੀਂ, ਫਿਰ ਬੇਲ ਹੁੰਦੀ ਆ, ਕੋਰਟ 'ਚ ਬਹੁਤ ਲੰਬਾ ਚੌੜਾ ਚੱਕਰ ਪੈ ਜਾਂਦਾ। ਤਾਂ ਜੇ ਕਿਸੇ ਨੂੰ ਨਾ ਪਤਾ ਹੋਵੇ ਇਹਨਾਂ ਗੱਲਾਂ ਦਾ ਤੇ ਪਹਿਲਾਂ ਉਹਦੀ ਜਾਣਕਾਰੀ ਲਵੋ। ਅਸੀਂ ਵੀ ਚਾਹਾਂਗੇ, ਅਸੀਂ ਪੁਲਿਸ ਡਿਪਾਰਟਮੈਂਟ ਨਾਲ ਗੱਲ ਕਰ ਰਹੇ ਹਾਂ ਤੇ ਹੋ ਸਕਦਾ ਹੈ ਅਸੀਂ ਕੁਝ ਪੁਲਿਸ ਅਫਸਰਾਂ ਨੂੰ ਪੇਸ਼ ਕਰਿਆ ਕਰੀਏ, ਕੁਝ ਕ੍ਰਿਮੀਨਲ ਲਾਇਰ ਨੂੰ ਪੇਸ਼ ਕਰਿਆ ਕਰੀਏ ਆਉਣ ਵਾਲੇ ਦਿਨਾਂ 'ਚ, ਤਾਂ ਕਿ ਤੁਹਾਨੂੰ ਇਹਦੇ ਬਾਰੇ ਹੋਰ ਜਾਗਰਤੀ ਮਿਲ ਸਕੇ। ਕਈ ਵਾਰੀ ਲੋਕ ਅਗਿਆਨਤਾ ਦੇ ਵਿੱਚ ਐਸੀ ਹਰਕਤਾਂ ਕਰ ਬੈਠਦੇ ਕਿ ਕੁਝ ਹੁੰਦਾ ਤੇ ਹੈ ਨਹੀਂ। ਕਿਹੜਾ ਪੁੱਛਦਾ ਇਸ ਕੰਟਰੀ 'ਚ? ਐਦਾਂ ਨਹੀਂ ਹੈ। ਇਸ ਕੰਟਰੀ 'ਚ ਕਾਨੂੰਨ ਕੰਮ ਕਰਦਾ ਔਰ ਬੜਾ ਸਖਤੀ ਨਾਲ ਕੰਮ ਕਰਦਾ। ਜੀ ਹਾਂ, ਔਰ ਕਈ ਵਾਰੀ ਮੈਂ ਦੇਖਿਆ ਕਈ ਲੋਕੀ ਕੰਪਲੇਨ ਕਰਦੇ ਕਿ ਉਹਨਾਂ ਦੇ ਘਰ ਦੇ ਅੱਗੇ ਜਿਹੜਾ ਗਾਰਡਨ ਦਾ ਸਮਾਨ ਹੈ, ਗਾਰਡਨਿੰਗ ਦਾ, ਕਈ ਲੋਕਾਂ ਨੇ ਆਪਣੇ ਘਰ ਦੇ ਅੱਗੇ ਕੁਝ ਨਾ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਲਗਾਈਆਂ ਹੋਈਆਂ, ਸ਼ੋ ਪੀਸਿਸ ਲਗਾਏ ਹੋਏ ਆ। ਕਈ ਵਾਰੀ ਲੋਕੀ ਉੱਥੋਂ ਦੀ ਬਾਹਰੋਂ ਚੁੱਕ ਕੇ ਲੈ ਕੇ ਚਲੇ ਜਾਂਦੇ ਆ ਤੇ ਇਹ ਵੀ ਇੱਕ ਕ੍ਰਾਈਮ ਹੈਗਾ ਕਿ ਜੇ ਤੁਸੀਂ ਇੱਕ ਪਿੱਛੇ ਜੀ ਜਿਹੜਾ ਪੈਟੀਓ ਤੋਂ, ਜਿਹੜੇ ਪੈਟੀਓ ਪਾਇਰੇਟਸ ਦੀ ਗੱਲ ਚੱਲੀ ਹੈ ਕਿ ਲੋਕੀ Amazon ਵਗੈਰਾ ਤੋਂ ਜਿਹੜੇ ਆਪਣੇ ਆਨਲਾਈਨ ਆਰਡਰਸ ਮੰਗਾਉਂਦੇ ਆ, ਉਹਨਾਂ ਦੇ ਘਰ ਦੇ ਸਾਹਮਣੇ ਆਰਡਰ ਡ੍ਰੌਪ ਕਰਕੇ ਚਲੇ ਜਾਂਦੇ ਆ ਤੇ ਕਈ ਲੋਕ ਜਿਹੜੇ ਆ ਕੇ ਇਹਨਾਂ ਆਰਡਰਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਪੈਕੇजेस ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਇਹ ਬੜਾ ਵੱਡਾ ਕ੍ਰਾਈਮ ਦਾ ਜਿਹੜਾ ਇਹ ਪਾਰਟ ਹੈਗਾ ਵੀ। ਬਿਲਕੁਲ ਜੀ। ਔਰ ਤੁਸੀਂ ਪਿੱਛੇ ਦੀ ਖਬਰ ਬੜੀ ਚਰਚਾ 'ਚ ਰਹੀ ਕਿ ਆਪਣੀਆਂ ਪੰਜਾਬਣਾਂ ਸਾਗ ਤੋੜਦੀਆਂ, ਚੋਰੀ ਕਰਦੀਆਂ ਫੜੀਆਂ ਗਈਆਂ ਅਲਬਰਟਾ 'ਚ, ਐਡਮਿੰਟਨ ਦੇ ਇਲਾਕੇ ਦੇ ਵਿੱਚ। ਇੰਡੀਆ 'ਚ ਤੁਸੀਂ ਜਾਣਦੇ ਹੋ, ਕਿਸੇ ਦੇ ਖੇਤ 'ਚ ਵੜ ਗਏ, ਸਾਗ ਤੋੜ ਲਿਆ, ਕੋਈ ਗੱਲ ਨਹੀਂ। ਉਹ ਗੋਰਾ ਸੀਗਾ ਓਨਰ ਉਸ ਲੈਂਡ ਦਾ, ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਔਰ ਪੰਜਾਬਣਾਂ ਜਿਹੜੀਆਂ ਔਰਤਾਂ ਸੀ ਉਹ ਚਾਰਜ ਹੋ ਗਈਆਂ। ਸਾਗ ਲੈਣਾ ਤੇ ਕਿਸੇ ਚਲੇ ਜਾਓ ਸਟੋਰ ਤੇ, ਬੜਾ ਫਰੈਸ਼ ਸਾਗ ਮਿਲ ਜਾਂਦਾ, $1 $2 ਦਾ, ਲੇਕਿਨ ਚੋਰੀ ਨਾ ਕਰੋ।
ਔਰ ਉਹ ਚਾਰਜ ਹੋਈਆਂ ਬਕਾਇਦਾ। ਇਹ ਬੜਾ ਸੀਰੀਅਸ ਕ੍ਰਾਈਮ ਹੈ। ਜੁੜੇ ਹੋਏ ਤੁਸੀਂ ਰੇਡੀ ਪ੍ਰਵਾਸੀ ਪਲੱਸ ਦੇ ਨਾਲ। ਪਿਛਲੇ 25 ਸਾਲ ਤੋਂ ਲਗਾਤਾਰ ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ। ਨੰਬਰ ਹੈ ਇਹਨਾਂ ਦਾ 905 452 3633 ਔਰ ਦਰਸ਼ਨ ਮਾਨ ਦਾ ਬਹੁਤ ਲੰਬਾ ਤਜਰਬਾ ਟਰੱਕ ਡਰਾਈਵਿੰਗ ਸਿਖਲਾਉਣ ਦਾ, ਟ੍ਰੇਨਿੰਗ ਦੇਣ ਦਾ। ਮੰਨੇ ਪਰਮੰਨੇ ਇਹਨਾਂ ਨਾਲ ਇੰਸਟਰਕਟਰਸ ਵੀ ਹੈਗੇ ਹੈ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਨੰਬਰ ਨੋਟ ਕਰ ਲਓ 905 452 3633। ਡਾਇਰੈਕਟ ਨੰਬਰ ਹੈ 416 629 4454 416 629 4454। ਔਰ 에ਅਰ ਬ੍ਰੇਕ ਦੀਆਂ ਕਲਾਸਾਂ ਲੱਗਦੀਆਂ। $4500 ਦਾ ਠੇਕਾ ਹੈ। $4500 ਦਾ ਠੇਕਾ, ਜੀ ਹਾਂ। $500 ਦਾ ਡਿਸਕਾਊਂਟ ਪ੍ਰਵਾਸੀ ਲਿਸਨਰਸ ਵਾਸਤੇ। 2 ਰੋਡ ਟੈਸਟ ਇਨਕਲੂਡਡ ਨੇ। ਭੁਪਿੰਦਰ ਗਰੇਵਾਲ ਦਾ ਨੰਬਰ ਹੈ 6478669905 647 866 9905। ਭੁਪਿੰਦਰ ਗਰੇਵਾਲ ਕੰਮ ਕਰਦੇ ਆ ਮੌਰਗੇਜ ਸੈਂਟਰ ਦੇ ਨਾਲ। 50,000 ਲੱਖ $2 ਲੱਖ ਮਿਲੀਅਨ 2 ਮਿਲੀਅਨ ਤੁਰੰਤ ਅਰੇਂਜ ਕਰ ਦੇਣਗੇ ਫੰਡਸ ਜੇ ਤੁਹਾਨੂੰ ਚਾਹੀਦੇ ਹੈ। ਔਰ ਫਸਟ ਟਾਈਮ ਹੋਮ ਬਾਇਰਸ ਵਾਸਤੇ ਇਹਨਾਂ ਕੋਲ ਬੜੀਆਂ ਵਧੀਆ ਡੀਲਸ ਨੇ, ਬੜੇ ਵਧੀਆ ਬੈਨੀਫਿਟਸ ਨੇ। 5 ਤੋਂ 10% ਡਾਊਨ ਪੇਮੈਂਟ ਦਵੋ ਤੇ ਮੌਰਗੇਜ ਕਰਵਾ ਦੇਣਗੇ ਭੁਪਿੰਦਰ ਗਰੇਵਾਲ। 6478669905 ਇਹਨਾਂ ਦਾ ਫ਼ੋਨ ਨੰਬਰ ਹੈ। ਔਰ ਇੱਕ ਲੈਂਡ ਹੈ 40 ਏਕੜ ਦੀ, ਮਿਲਟਨ ਦੇ ਵਿੱਚ ਹੈ। ਇਹ ਇੰਡਸਟਰੀਅਲ ਯੂਜ਼ ਵਾਸਤੇ ਲੈਂਡ ਦੱਸੀ ਜਾ ਰਹੀ ਹੈ, ਪਰ ਜੇ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਸ ਕੁਮਰ ਗਿੱਲ ਨਾਲ ਗੱਲ ਕਰ ਲਓ। 401 ਦੇ ਬਿਲਕੁਲ ਨੇੜੇ ਇਹ ਜ਼ਮੀਨ ਲੱਗਦੀ ਹੈ ਇੰਡਸਟਰੀਅਲ ਡਿਵੈਲਪਮੈਂਟ ਵਾਸਤੇ ਮਿਲਟਨ ਦੇ ਵਿੱਚ। ਔਰ ਇੱਕ ਮੈਂ ਫਿਰ ਦੱਸ ਦੇਵਾਂ ਜੀ, ਇੱਕ ਪਰਿਵਾਰ ਨੂੰ ਇੱਕ ਨੈਣੀ ਦੀ ਲੋੜ ਹੈ। ਔਰ ਇਹਨਾਂ ਦੇ ਮਾਤਾ ਜੀ ਨੇ ਕੋਈ 87 ਸਾਲ ਦੇ ਬਜ਼ੁਰਗ, ਉਹਨਾਂ ਦੀ ਦੇਖਭਾਲ ਕਰਨ ਵਾਸਤੇ ਫੁੱਲ ਟਾਈਮ ਨੈਣੀ ਦੀ ਲੋੜ ਹੈ। ਘਰ 'ਚ ਰਹੋ, ਰੋਟੀ ਪਾਣੀ ਦਾ ਇੰਤਜ਼ਾਮ, ਰਹਿਣ ਦਾ ਸਾਰਾ, ਤੇ ਨਾਲੇ ਵਧੀਆ ਪੈਸੇ ਵੀ ਦੇਣਗੇ। 416949 4201 416 949 4201 ਇਹਨਾਂ ਦਾ ਫੋਨ ਨੰਬਰ ਹੈ। ਕੀ ਪੈਟਿਓਸ ਜਲਦੀ ਖੁੱਲਣ ਜਾ ਰਹੇ ਹੈ ਕਿ ਨਹੀਂ ਖੁੱਲਣ ਜਾ ਰਹੇ ਹੈ ਹਜੇ ਅਨਕਲੀਅਰ ਹੈਗਾ। ਪਰ ਓਨਟਾਰੀਓ ਦੇ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਦੱਸਿਆ ਹੈ ਕਿ ਗਵਰਨਮੈਂਟ ਦੇ ਪਲਾਨ ਦੇ ਮੁਤਾਬਿਕ ਜਿਹੜਾ ਫਸਟ ਸਟੈਪ ਹੈ ਰੀਓਪਨਿੰਗ ਦਾ ਉਹ ਜੂਨ 14 ਤੋਂ ਥੋੜਾ ਪਹਿਲੇ ਸ਼ਾਇਦ ਸ਼ੁਰੂ ਹੋ ਸਕਦਾ ਹੈ। ਪਰ ਹਜੇ ਪ੍ਰੀਮੀਅਰ ਡਕਫੋਰਡ ਨੇ ਹਿੰਟ ਹੀ ਦਿੱਤੀ ਸੀਗੀ ਕਿ ਪ੍ਰੋਵਿੰਸ ਜਿਹੜੀ ਹੈ ਓਪਨ ਹੋ ਸਕਦੀ ਹੈ ਸਕੇਜੂਲ ਤੋਂ ਪਹਿਲਾਂ। ਪਰ ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਨਹੀਂ, ਪਰ ਹੋ ਸਕਦਾ ਹੈ ਕਿ ਕੁਝ ਦਿਨ ਪਹਿਲਾਂ ਜਿਹੜੀ ਹੈ ਖੁੱਲ ਜਾਏ। ਇਹ ਕਹਿਣਾ ਹੈ ਐਲੀਟ ਹੋਰਾਂ ਦਾ। ਔਰ ਇਸ ਦੇ ਵਿੱਚ ਸਭ ਤੋਂ ਵੱਡੀ ਰਿਕੁਆਇਰਮੈਂਟ ਹੋਏਗੀ ਕਿ 60% ਜਿਹੜੇ ਅਡਲਟਸ ਹੈਗੇ ਆ ਉਹਨਾਂ ਨੂੰ ਵੈਕਸੀਨੇਸ਼ਨ ਲੱਗ ਗਈ ਹੋਏ, ਘੱਟੋ ਘੱਟ ਇੱਕ ਡੋਜ਼ ਜਿਹੜੀ ਹੋਵੇ ਲੱਗੀ ਦੀ। ਇਸ ਦੇ ਨਾਲ ਹਸਪੀਟਲਾਈਜੇਸ਼ਨਸ, ICU ਦੀ ਜਿਹੜੀ ਆਕੂਪੈਂਸੀ ਹੈ, ਨਵੇਂ ਐਡਮਿਸ਼ਨਸ ਜਿਹੜੀਆਂ ਹਸਪੀਟਲਸ 'ਚ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਗਿਣਤੀ ਦੇ ਵਿੱਚ ਘਾਟਾ ਹੋ ਜਾਏ, ਗਿਣਤੀ ਦੇ ਵਿੱਚ ਕਟੌਤੀ ਆਏ। ਆਊਟਡੋਰ ਸੈਟਿੰਗਸ ਜਿਹੜੀਆਂ ਨੇ ਉਹ ਐਕਸਪੈਂਡ ਕੀਤੀਆਂ ਜਾਣਗੀਆਂ, ਜਿਸ ਦੇ ਵਿੱਚ ਕਿ 10 ਲੋਕ ਜਿਹੜੇ ਨੇ ਇਕੱਠੇ ਬੈਠ ਕੇ ਖਾਣਾ ਖਾ ਸਕਦੇ ਨੇ, ਜਿਨ੍ਹਾਂ ਵਿੱਚ ਕੋਈ ਇੱਕ ਟੇਬਲ ਦੇ ਉੱਪਰ 4 ਲੋਕ ਹੀ ਇਕੱਠੇ ਡਾਈਨ ਇਨ ਕਰ ਸਕਦੇ ਨੇ। ਇਹ ਆਊਟਡੋਰ ਪੈਟੀਓਸ ਦੀ ਅਸੀਂ ਗੱਲ ਕਰ ਰਹੇ ਹਾਂ। ਐਸੈਂਸ਼ੀਅਲ ਰਿਟੇਲ ਵਰਕਰਸ ਜਿਹੜੇ ਐਸੈਂਸ਼ੀਅਲ ਰਿਟੇਲ ਜਿਹੜਾ ਹੈ ਉਹ 25% ਕੈਪੈਸਿਟੀ ਦੇ ਉੱਪਰ ਇਹ ਜਿਹੜਾ ਕੰਮ ਕਰੇਗਾ। ਜਿਹੜੇ ਨਾਨ ਐਸੈਂਸ਼ੀਅਲ ਰਿਟੇਲ ਹੈ ਉਸ ਜਿਸ ਤਰ੍ਹਾਂ ਕਿ ਮਾਲਸ ਵਗੈਰਾ ਹੋਣਗੇ ਉੱਥੇ 15% ਤੱਕ ਦੀ ਕੈਪੈਸਿਟੀ ਹੋਏਗੀ। ਔਰ ਇਹ ਸਾਰੇ ਕੁਝ ਜਿਹੜੇ ਚੇਂਜਸ ਨੇ ਉਹ ਕੀਤੇ ਜਾਣਗੇ। ਪਰ ਹੋ ਸਕਦਾ ਹੈ ਕਿ 14 ਜੂਨ ਤੋਂ ਪਹਿਲਾਂ, ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ 14 ਜੂਨ ਨੂੰ ਰੀਓਪਨਿੰਗ ਹੋਏਗੀ, ਪਰ ਉਸ ਤੋਂ ਕੁਝ ਦਿਨ ਪਹਿਲਾਂ ਇਹ ਜਿਹੜੀ ਹੈ ਰੀਓਪਨਿੰਗ ਕਰ ਦਿੱਤੀ ਜਾਏ। ਔਰ ਲੋਏ ਖਬਰਾਂ ਦਾ ਵੀ ਸਮਾਂ ਹੋ ਚੱਲਿਆ। ਇੱਕ ਵਾਰੀ ਫਿਰ ਦੱਸ ਦਈਏ, ਲਖਵਿੰਦਰ ਮੁਲਤਾਨੀ ਦੇ ਕੋਲ ਨਿਆਗਰਾ ਫਾਲ ਦੇ ਵਿੱਚ 4 ਬੈਡਰੂਮ ਦਾ ਘਰ ਔਰ 2 ਬੈਡਰੂਮ ਦੀ ਬੇਸਮੈਂਟ ਨਾਲ ਬਣੀ ਹੋਈ ਹੈ, ਫਿਨਿਸ਼ ਬੇਸਮੈਂਟ ਹੈ। ਜੇ ਪ੍ਰਾਪਰਟੀ ਬਾਰੇ ਕੋਈ ਜਾਣਕਾਰੀ ਲੈਣੀ ਹੈ 299 407 4422
2894074422 ਇਹਨਾਂ ਕੋਲ ਜਿੰਨੀਆਂ ਵੀ ਲਿਸਟਿੰਗ ਐਕਸਕਲੂਸਿਵ ਨੇ ਔਰ ਕੁਝ ਹੋਰ ਲਿਸਟਿੰਗ ਦੀ ਵੀ ਇਹਨਾਂ ਦੀ ਗੱਲ ਕਰਾਂਗੇ ਲੇਕਿਨ ਪ੍ਰੋਗਰਾਮ 'ਚ ਅੱਗੇ ਚੱਲ ਕੇ। ਜੀ ਹਾਂ, ਹੁਣ ਖਬਰਾਂ ਦਾ ਜਿਹੜਾ ਟਾਈਮ ਹੋ ਚੱਲਿਆ ਹੈ, ਤੁਹਾਨੂੰ ਅਸੀਂ ਚੰਡੀਗੜ੍ਹ ਪ੍ਰਵਾਸੀ ਆਫਿਸ ਲੈ ਚੱਲ ਰਹੇ ਹਾਂ, ਉੱਥੋਂ ਸੁਣਾ ਰਹੇ ਹਾਂ ਖਬਰਾਂ ਔਰ ਦਿਖਾ ਵੀ ਰਹੇ ਹਾਂ ਜੀ। ਜੇ ਤੁਸੀਂ ਪ੍ਰਵਾਸੀ ਟੀਵੀ ਤੇ ਵਾਚ ਕਰ ਰਹੇ ਹੋ ਤੇ ਤੁਸੀਂ ਇਹਨਾਂ ਖਬਰਾਂ ਨੂੰ ਹੁਣ ਦੇਖ ਵੀ ਸਕਦੇ ਹੋ। ਔਰ ਅੱਜ ਫਿਰ ਦੱਸ ਦਈਏ ਜੀ, ਸਾਨੂੰ ਇੱਕ ਹੋਰ ਸਫਰਜੀਤ ਸਿੰਘ ਨਾਂ ਦੇ ਸਾਡੇ ਰਿਪੋਰਟਰ ਹੈ ਜੀ, ਉੱਥੇ ਬੜੇ ਹੋਣਹਾਰ ਰਿਪੋਰਟਰ, ਉਹਨਾਂ ਨੇ ਵੀ ਜੁਆਇਨ ਕਰ ਲਿਆ। ਤਾਂ ਪ੍ਰਵਾਸੀ ਟੀਵੀ ਦੇ ਉੱਤੇ ਤੁਸੀਂ ਬਹੁਤ ਵਧੀਆ ਹੁਣ ਕੰਟੈਂਟ ਖਬਰਾਂ ਦੇਖਿਆ ਕਰੋਗੇ ਔਰ ਵਧੀਆ ਨਿਊਜ਼ ਪੈਕੇजेस। ਲੇਕਿਨ ਬਾਰ-ਬਾਰ ਇੱਕੋ ਹੀ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਪ੍ਰਵਾਸੀ ਟੀਵੀ। ਘਰ ਵੀ ਬੈਠ ਕੇ ਦੇਖੋ, ਆਪਣੇ ਟੀਵੀ ਤੇ ਦੇਖੋ, ਪ੍ਰਵਾਸੀ YouTube ਚੈਨਲ ਤੇ ਢੇਰ ਸਾਰੀਆਂ ਖਬਰਾਂ। ਔਰ ਅੱਜ ਫਿਰ 1000 ਦੇ ਕਰੀਬ ਸਾਡੇ ਸਬਸਕ੍ਰਾਈਬਰ ਨਵੇਂ ਸਾਡੇ ਨਾਲ ਜੁੜ ਗਏ ਹੈ। ਐਵਰੀ ਡੇ 1000 ਸਬਸਕ੍ਰਾਈਬਰ ਸਾਨੂੰ ਜੁਆਇਨ ਕਰ ਰਹੇ ਆ ਨਵੇਂ। ਤੁਸੀਂ ਵੀ ਜੇ ਸਬਸਕ੍ਰਾਈਬ ਨਹੀਂ ਕੀਤਾ ਪ੍ਰਵਾਸੀ YouTube ਚੈਨਲ ਤੇ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ। ਤੁਸੀਂ ਗੱਡੀ ਦੀ ਹਾਈ ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर फ्री कंसल्टेशन at 9053620202। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां, आखिर वैरायटी। ਸਤਿ ਸ਼੍ਰੀ ਅਕਾਲ, ਮੈਂ ਹਾਂ ਜੋਤੀ ਜੱਸਲ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਨਾਲ। ਸੁਖਪਾਲ ਖਹਿਰਾ ਦੀ ਕਾਂਗਰਸ 'ਚ ਵਾਪਸੀ, ਆਪ ਦੇ 2 ਬਾਗੀ ਵਿਧਾਇਕ ਵੀ ਹੋਏ ਕਾਂਗਰਸ ਵਿੱਚ ਸ਼ਾਮਲ, ਕੈਪਟਨ ਨੇ ਕੀਤਾ ਸਵਾਗਤ। ਕਾਂਗਰਸੀ ਵਿਧਾਇਕਾਂ ਨੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਦਿੱਤਾ ਧਰਨਾ। ਫਾਈਜ਼ਰ ਤੇ ਮੋਡਰਨਾ ਤੋਂ ਬਾਅਦ ਕਰੋਨਾ ਵੈਕਸੀਨ ਕੋਵਿਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਸਰਕਾਰ ਤੋਂ ਕਾਨੂੰਨੀ ਸੁਰੱਖਿਆ ਦੀ ਕੀਤੀ ਮੰਗ। ਜੌਨਸਨ ਐਂਡ ਜੌਨਸਨ ਪਾਊਡਰ ਦੇ ਨਾਲ 22 ਔਰਤਾਂ ਨੂੰ ਕੈਂਸਰ, ਕੰਪਨੀ ਨੂੰ ਦੇਣਾ ਪਵੇਗਾ 14,500 ਕਰੋੜ ਦਾ ਹਰਜਾਨਾ। ਅਮਰੀਕਾ ਚੋਂ ਸਾਹਮਣੇ ਆਇਆ ਇਹ ਮਾਮਲਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਤੇ ਕਰ ਰਹੇ ਨੇ ਕਾਰੋਬਾਰ, ਲੋਕਾਂ ਨੂੰ ਲੱਗਣ ਵਾਲੀ ਵੈਕਸੀਨ ਵੇਚੀ ਪ੍ਰਾਈਵੇਟ ਹਸਪਤਾਲਾਂ ਨੂੰ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਆਮ ਆਦਮੀ ਪਾਰਟੀ ਤੋਂ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਖਰਕਾਰ ਕਾਂਗਰਸ ਵਿੱਚ ਪਰਤ ਆਏ ਨੇ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਨਾਲ ਆਪ ਦੇ 2 ਵਿਧਾਇਕ ਸਾਥੀਆਂ ਜਗਦੇਵ ਸਿੰਘ ਕਮਲੂ ਤੇ ਪਿਰਮਲ ਸਿੰਘ ਧੌਲਾ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਲਈ ਸਵਾਗਤ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਇਸ ਦੀ ਪ੍ਰਵਾਨਗੀ ਦਿੱਤੀ ਗਈ ਹੈ। ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਤਿੰਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਬਾਅਦ ਆਪਣੇ ਨਾਲ ਦਿੱਲੀ ਲੈ ਗਏ ਨੇ। ਦੋਸਤੋ, ਇਸ ਵਕਤ ਅਸੀਂ ਚੰਡੀਗੜ੍ਹ ਚੀਫ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਨਿਵਾਸ ਸਥਾਨ ਤੇ ਮੌਜੂਦ ਹਾਂ। ਮੇਰੇ ਨਾਲ ਸਾਡੇ ਆਦਰਨੀय ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੀ ਕਮਾਲੂ MLA ਮੋੜ, ਸਰਦਾਰ ਪਿਰਮਲ ਸਿੰਘ ਜੀ ਧੌਲਾ MLA ਭਦੌੜ। ਅਸੀਂ ਅੱਜ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਸਾਨੂੰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਵਾ। ਸਭ ਤੋਂ ਪਹਿਲਾਂ ਅਸੀਂ ਸਾਰੇ ਬਹੁਤ ਰਿਣੀ ਹਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਪ੍ਰੈਜ਼ੀਡੈਂਟ ਆਲ ਇੰਡੀਆ ਕਾਂਗਰਸ ਕਮੇਟੀ, ਸ਼੍ਰੀ ਰਾਹੁਲ ਗਾਂਧੀ ਜੀ ਦਾ, ਔਰ ਹਰੀਸ਼ ਰਾਵਤ ਜੀ ਜਿਹੜੇ ਕਿ ਜਨਰਲ ਸੈਕਟਰੀ ਨੇ AICC ਦੇ ਔਰ ਪੰਜਾਬ ਦੇ ਇੰਚਾਰਜ ਨੇ, ਔਰ ਉਹਨਾਂ ਦੇ ਨਾਲ ਸੁਨੀਲ ਜਾਖੜ ਜੀ ਜਿਹੜੇ ਇਸ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਾਰਟੀ ਦੇ ਪ੍ਰਧਾਨ ਨੇ। ਇਹ ਸਾਰੀਆਂ ਫਾਰਮਲ ਪ੍ਰਵਾਨਗੀਆਂ ਤੋਂ ਬਾਅਦ ਇਹ ਸਾਰਾ ਜਿਹੜਾ ਅੱਜ ਅਸੀਂ ਕਦਮ ਚੱਕਿਆ, ਇਹ ਬਹੁਤ ਸੋਚ ਸਮਝ ਕੇ, ਬਹੁਤ ਅਰਸੇ ਤੋਂ ਅਸੀਂ ਪੰਜਾਬ ਦੀ ਇੱਕ
ਸਾਰੀ ਸਮੁੱਚੀ ਤਸਵੀਰ ਨੂੰ ਦੇਖ ਰਹੇ ਸੀ ਬਹੁਤ ਧਿਆਨ ਨਾਲ ਨੇੜਿਓਂ ਕਿ ਅੱਜ ਸਾਡਾ ਜਿਹੜਾ ਸੂਬਾ ਉਹ ਕਿੱਥੇ ਖੜਾ ਵਾ। ਜੋ ਸਾਡੇ ਸਾਹਮਣੇ ਆਪਸ਼ਨ ਸੀਗੀਆਂ, ਕਿਉਂਕਿ ਅਗਰ ਤੁਸੀਂ ਪੋਲੀਟੀਕਲ ਤੌਰ ਤੇ ਰੈਲੇਵੈਂਟ ਰਹਿਣਾ ਵਾ ਤੇ ਤੁਹਾਨੂੰ ਕਿਸੇ ਪਾਏਦਾਰ ਪਲੇਟਫਾਰਮ ਦੇ ਉੱਤੇ ਖੜ ਕੇ ਆਪਣੇ ਸੂਬੇ ਦੀ ਤੁਸੀਂ ਗੱਲ ਕਰ ਸਕਦੇ ਹੋ। ਜੇ ਤੁਸੀਂ ਉਹਦਾ ਫ੍ਰੀਲਾਂਸ ਪੋਲਿਟਿਕਸ ਕਰਨੀ ਹੈ, ਐਕਟਿਵਿਜ਼ਮ ਕਰਨਾ, ਉਹ ਅਲੱਗ ਗੱਲ ਹੈ। ਸੋ ਬਹੁਤ ਸੋਚਣ ਵਿਚਾਰਨ ਉਪਰੰਤ ਜਿਹੜੇ ਸਾਡੇ ਕੋਲ ਚੋਇਸਿਸ ਸੀਗੇ ਉਹਨਾਂ ਚੋਂ ਅਸੀਂ ਅੱਜ ਵੀ ਇਹ ਸਮਝਿਆ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸੁਹਿਰਦ, ਇੱਕ ਦੂਰਅੰਦੇਸ਼ ਔਰ ਇੱਕ ਉਹ ਆਗੂ ਜਿਸ ਨੇ ਪੰਜਾਬ ਲਈ ਹਮੇਸ਼ਾ ਡਟਵਾਂ ਸਟੈਂਡ ਲਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਿੱਲੀ ਵਿੱਚ 3 ਮੈਂਬਰੀ ਕਮੇਟੀ ਨਾਲ ਸਲਾਹ ਮਸ਼ਵਰੇ ਵਿੱਚ ਰੁੱਝੇ ਹੋਏ ਨੇ। ਕੁਝ ਦਿਨਾਂ ਵਿੱਚ ਹੀ ਉਹਨਾਂ ਨਾਲ ਮੁਲਾਕਾਤ ਵੀ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਖਹਿਰਾ ਤੇ ਉਸਦੇ ਸਾਥੀਆਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਭੁਲੱਥ ਤੋਂ ਚੋਣ ਜਿੱਤੇ ਸੀ ਤੇ ਬਾਅਦ ਵਿੱਚ ਉਹਨਾਂ ਨੇ ਆਪਣੀ ਵੱਖਰੀ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ। ਹੁਣ ਵੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਕਿੰਨੀ ਕੁ ਅਹਿਮੀਅਤ ਮਿਲਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਨੌਕਰੀਆਂ ਤਾਂ ਕਾਂਗਰਸੀ ਆਗੂਆਂ ਦੇ ਪਰਿਵਾਰਾਂ ਵਿੱਚ ਵੰਡੀਆਂ ਜਾ ਰਹੀਆਂ ਨੇ। ਹੁਣ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨੇ ਧਰਨਾਕਾਰੀਆਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ। ਇਸ ਧਰਨਾ ਪ੍ਰਦਰਸ਼ਨ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ, ਕੁਲਤਾਰ ਸਿੰਘ ਸੰਧਮਾ, ਪ੍ਰਿੰਸੀਪਲ ਬੋਧਰਾਮ, ਅਨਮੋਲ ਗਗਨ ਮਾਨ ਸਣੇ ਹੋਰ ਕਈ ਆਗੂ ਹਾਜ਼ਰ ਰਹੇ। ਆਪ ਆਗੂਆਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਨੇ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਕੈਪਟਨ ਤਾਂ ਕਰੋਨਾ ਮਹਾਮਾਰੀ ਦੌਰਾਨ ਵੀ ਲੋਕਾਂ ਦੀ ਸਾਰ ਲੈਣ ਦੀ ਥਾਂ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਨੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਡੀਐਸਪੀ ਅਤੇ ਵਿਧਾਇਕ ਰਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਨਿਯੁਕਤ ਕਰਨ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਮ ਤੇ ਖੱਜਲ ਕੀਤਾ ਜਾ ਰਿਹਾ ਹੈ ਅਤੇ ਕਾਂਗਰਸੀ ਆਗੂਆਂ ਦੇ ਪਰਿਵਾਰਾਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਤੇ ਟੈਲਕਮ ਪਾਊਡਰ ਨਾਲ ਅਮਰੀਕਾ ਵਿੱਚ 22 ਔਰਤਾਂ ਨੂੰ ਕੈਂਸਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਲਈ ਹੁਣ ਕੰਪਨੀ ਨੂੰ 14,500 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ। ਦਰਅਸਲ ਅਮਰੀਕਾ ਵਿੱਚ 22 ਔਰਤਾਂ ਨੇ ਕੰਪਨੀ ਤੇ ਮੁਕੱਦਮਾ ਕੀਤਾ ਹੈ। ਮਹਿਲਾਵਾਂ ਮੁਤਾਬਕ ਉਹ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਵਰਤੋਂ ਕਰਨ ਤੋਂ ਬਾਅਦ ਕੈਂਸਰ ਦਾ ਸ਼ਿਕਾਰ ਹੋਈਆਂ ਨੇ ਤੇ ਇਹਨਾਂ ਔਰਤਾਂ ਵਿੱਚੋਂ ਕੁਝ ਦੀ ਜਾਨ ਵੀ ਜਾ ਚੁੱਕੀ ਹੈ। ਕੰਪਨੀ ਨੇ ਕਿਹਾ ਕਿ ਇਸ ਨੂੰ ਮਿਸੌਰੀ ਦੀ ਹੇਠਲੀ ਅਦਾਲਤ ਵਿੱਚ ਮੁਕੱਦਮੇ ਦੌਰਾਨ ਆਪਣੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ। ਹੇਠਲੀ ਅਦਾਲਤ ਨੇ ਪਹਿਲਾਂ 400 ਕਰੋੜ ਡਾਲਰ ਹਰਜਾਨਾ ਤੈਅ ਕੀਤਾ ਸੀ। ਹਾਲਾਂਕਿ ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਇਸ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਇਹ ਮੁਆਵਜ਼ਾ ਉਹਨਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਜੌਨਸਨ ਐਂਡ ਜੌਨਸਨ ਦੇ ਪਾਊਡਰ ਅਤੇ ਸੰਬੰਧਿਤ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਕੈਂਸਰ ਹੋਇਆ ਹੈ। ਫਾਈਜ਼ਰ ਤੇ ਮੋਡਰਨਾ ਤੋਂ ਬਾਅਦ ਕੋਰੋਨਾ ਵੈਕਸੀਨ ਕੋਵਿਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਸਰਕਾਰ ਤੋਂ ਕਾਨੂੰਨੀ ਸੁਰੱਖਿਆ ਦੀ ਮੰਗ ਕੀਤੀ ਹੈ। ਕੰਪਨੀ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਜੇ ਵਿਦੇਸ਼ੀ ਕੰਪਨੀਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਇਹ ਸਹੂਲਤ ਮਿਲਣੀ ਚਾਹੀਦੀ ਹੈ। ਕੰਪਨੀ ਮੁਤਾਬਕ ਸਿਰਫ ਸੀਰਮ ਇੰਸਟੀਚਿਊਟ ਆਫ ਇੰਡੀਆ ਹੀ ਨਹੀਂ ਬਲਕਿ ਦੇਸ਼ ਵਿੱਚ ਵੈਕਸੀਨ ਬਣਾਉਣ ਵਾਲੀ ਹਰ ਕੰਪਨੀ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਸੀਰਮ ਦੇਸ਼ ਵਿੱਚ ਐਸਟਰਾਜ਼ੈਨਿਕਾ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਉਤਪਾਦਨ ਕੋਵਿਸ਼ੀਲਡ ਦੇ ਨਾਂ ਉੱਤੇ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕਈ ਦੇਸ਼ਾਂ ਨੇ ਵੈਕਸੀਨ ਕੰਪਨੀਆਂ ਨੂੰ ਇਹ ਸਹੂਲਤਾਂ ਦਿੱਤੀਆਂ ਨੇ। ਭਾਰਤ ਨੂੰ ਵੀ ਇਹ ਸਹੂਲਤ ਪ੍ਰਦਾਨ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਵਿਦੇਸ਼ੀ ਕੰਪਨੀਆਂ ਐਮਰਜੈਂਸੀ ਮਨਜ਼ੂਰੀ ਦੇ ਲਈ ਅਰਜ਼ੀ ਦਿੰਦੀਆਂ ਨੇ, ਉਹਨਾਂ ਨੂੰ ਇਹ ਸਹੂਲਤ ਮਿਲ ਸਕਦੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਤੇ ਪੰਜਾਬ ਵਾਸੀਆਂ ਨੂੰ ਲਵਾਰਿਸ ਛੱਡ ਕੇ ਦਿੱਲੀ ਜਾ ਬੈਠੀ ਹੈ। ਆਪ ਦੇ ਪ੍ਰਮੁੱਖ ਆਗੂ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਡਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਅੰਦਰ ਚੱਲ ਰਹੇ ਕਾਟੋ ਕਲੇਸ਼ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੁਣ ਆਖਰੀ ਸਾਹਾਂ ਉੱਤੇ ਹੈ।
जिसनूं कोई भी वैक्सीन नहीं बचा सकती। इस बात से साबित हो जाती है कि कांग्रेस पार्टी वास्तव में हाशिए पर है, पंजाब में अपनी अंतिम सांसें ले रही है, वेंटिलेटर पर है, क्योंकि आज कैप्टन अमरिंदर की खुद की कैबिनेट में, कैप्टन साहब की खुद की कैबिनेट में 32 में से 30 मते गिर गए, क्योंकि कैप्टन साहब के पास अपनी कैबिनेट चलाने के लिए, कोरम पूरा करने के लिए और मता पास करने के लिए मंत्री नहीं थे, आंकड़े नहीं थे। कैप्टन साहब भी दिल्ली चले गए ਹੈਲੀਕਾਪਟਰ ਤੇ ਹੁਣੇ ਥੋੜੀ ਦੇਰ ਪਹਿਲਾਂ, ਤੇ ਪੰਜਾਬ ਜਿਹੜਾ ਹੁਣ ਉਹ ਕਿਸਮਤ ਦੇ ਸਹਾਰੇ ਛੱਡਿਆ ਹੋਇਆ ਹੈ, ਲਾਵਾਰਸ ਹੈ, ਵੈਕਸੀਨੇਸ਼ਨ ਹੈ ਨਹੀਂ, ਕੁਛ ਨਹੀਂ, ਤੇ ਸਰਕਾਰ ਜਿਹੜੀ ਆ ਉਹ ਦਿੱਲੀ ਬੈਠੀ ਹੈ। ਅਬ ਕੋਈ ਕੁਰਸੀ ਬਚਾਉਂਦਾ ਫਿਰਦਾ, ਕੋਈ ਨਵੀਂ ਕੁਰਸੀ ਲੱਭਦਾ ਫਿਰਦਾ। ਮਤਲਬ 3 ਨੌਕਰੀਆਂ ਦਿੱਤੀਆਂ ਹੁਣ ਤੱਕ, ਘਰ ਨੌਕਰੀ ਦੇਣ ਦਾ ਵਾਅਦਾ ਕਰਕੇ। ਇੱਕ ਬੇਅੰਤ ਸਿੰਘ ਦੇ ਪੋਤੇ ਨੂੰ ਡੀਐਸਪੀ ਲਾਇਆ ਤੇ 2 ਨੌਕਰੀਆਂ ਹੁਣ ਪਾਈਪਲਾਈਨ 'ਚ ਨੇ। ਜਿਹੜੇ ਨੌਜਵਾਨ ਨੌਕਰੀ ਨਾ ਹੋਣ ਕਰਕੇ, ਰੋਜ਼ਗਾਰ ਨਾ ਹੋਣ ਕਰਕੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਕੇ ਬੈਠੇ ਨੇ, ਜਿਹੜੇ ਨੌਜਵਾਨ ਨੌਕਰੀਆਂ ਨਾ ਹੋਣ ਕਰਕੇ, ਰੋਜ਼ਗਾਰ ਨਾ ਹੋਣ ਕਰਕੇ ਭਾਖੜਾ ਨਹਿਰ ਵਰਗੀਆਂ ਨਹਿਰਾਂ 'ਚ ਛਾਲਾਂ ਮਾਰ ਰਹੇ ਨੇ, ਤੇ ਫਿਰ ਉਹਨਾਂ ਦਾ ਕੌਣ ਵਾਲੀਵਾਰਸ ਹੈ ਜੀ? कांग्रेस अब पंजाब में इतने धड़ों में बट चुकी है, मुख्यमंत्री की लड़ाई से लेकर बूथ इंचार्ज तक की लड़ाइयां चल रही हैं, तलवारें निकली हुई हैं कांग्रेस में, कि कांग्रेस का अब रिवाइवल कोई वैक्सीन लगाकर भी नहीं किया जा सकता। अब कोई हाईकमांड दिल्ली से अगर इनको वैक्सीन भी लगवा दे तो भी कांग्रेस पंजाब में फिर से जीवित नहीं हो सकती। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਉੱਤੇ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਆਰੋਪ ਲਗਾਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੈਕਸੀਨ ਦੀ 35,000 ਡੋਜ਼ ਇੱਕ ਦਿਨ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਹੈ। ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਵੀਰ ਸਿੱਧੂ ਉੱਤੇ ਐਂਟੀ ਡਰੱਗ ਦੀਆਂ ਗੋਲੀਆਂ ਦੀ ਖੇਪ ਨੂੰ ਖੁਰਦ-ਬੁਰਦ ਕਰਨ ਦੇ ਵੀ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਨੂੰ ਮੁਫਤ ਵੈਕਸੀਨ ਨਾ ਲਗਾਈ ਜਾਂ ਹਸਪਤਾਲਾਂ ਦੇ ਪ੍ਰਬੰਧ ਠੀਕ ਨਾ ਕੀਤੇ ਤਾਂ ਅਕਾਲੀ ਦਲ ਸਖਤ ਐਕਸ਼ਨ ਵਿੱਚ ਆਵੇਗਾ। ਮੈਂ ਵੈਕਸੀਨ ਹੈ ਨਹੀਂ ਦੀ ਅਸਲੀ ਕਹਾਣੀ ਦੱਸਣਾ ਚਾਹਣਾ ਸਾਰਿਆਂ ਨੂੰ, ਕਿਉਂ ਵੈਕਸੀਨ ਹੈ ਨਹੀਂ। ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ ਕਿ ਵੈਕਸੀਨ ਹੈਗੇ ਆ 400 ਦਾ ਵੈਕਸੀਨ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ 1060 ਦਾ ਮਿਲ ਰਹੀ ਹੈ। ਹੁਣ ਵਿਚਾਰੇ ਲੋਕ ਆਪਣੀ ਜਾਨਾਂ ਬਚਾਉਣ ਵਾਸਤੇ ਲਾਈਨਾਂ 'ਚ ਖੜੇ ਆ, ਕਹਿ ਰਹੇ ਆ ਕਿ ਚਲੋ ਕੁਝ ਵੀ ਹੋ ਜਾਏ, ਚਲੋ ਇੰਜੈਕਸ਼ਨ ਤਾਂ ਲਵਾਓ। ਮੋਹਾਲੀ ਜ਼ਿਲ੍ਹੇ 'ਚ ਇੱਕ ਦਿਨ 'ਚ 35,000 ਡੋਜ਼ਸ 35,000 ਡੋਜ਼ਸ ਇੱਕ ਦਿਨ 'ਚ ਇੱਕ ਜ਼ਿਲ੍ਹੇ 'ਚ ਅਸੀਂ ਸਾਰਾ ਰਿਕਾਰਡ ਕੱਢਿਆ ਸੀ ਉਹਨਾਂ ਇੱਕ ਦਿਨ 'ਚ ਇੱਕ ਜ਼ਿਲ੍ਹੇ 'ਚ ਅਸੀਂ ਸਾਰਾ ਰਿਕਾਰਡ ਕੱਢਿਆ ਸੀ ਉਹਨਾਂ ਦੇ ਅਫਸਰਾਂ ਨੂੰ। ਇੱਕ ਜ਼ਿਲ੍ਹੇ 'ਚ ਪ੍ਰਾਈਵੇਟ ਹਸਪਤਾਲਾਂ ਨੂੰ ਮੋਹਾਲੀ ਡਿਸਟ੍ਰਿਕਟ ਜਿੱਥੋਂ ਦਾ ਮੁੱਖ ਹੈਲਥ ਮਿਨਿਸਟਰ ਹੈ ਬਲਬੀਰ ਸਿੱਧੂ, ਉਹਨੇ ਪ੍ਰਾਈਵੇਟ ਹਸਪਤਾਲ ਨੂੰ ਦਿੱਤੇ 35,000 ਡੋਜ਼। ਨਸ਼ੇ ਦੀ 5 ਕਰੋੜ ਗੋਲੀਆਂ ਨਸ਼ੇ ਦੀਆਂ, ਜਿਹੜੇ ਨਸ਼ਾ ਛਡਾਓ ਵਾਸਤੇ ਕੇਂਦਰ ਖੋਲੇ ਸੀ, ਤੇ ਇੱਕ ਐਂਟੀ ਨਸ਼ੇ ਦੀ ਡਰੱਗਸ ਹੁੰਦੀ ਹੈ ਜਿਹਦੇ ਨਾਲ ਨਸ਼ਾ ਘਟਦਾ। 5 ਕਰੋੜ ਗੋਲੀਆਂ ਗਾਇਬ ਕਰ ਦਿੱਤੀਆਂ। ਮਨੀਸ਼ ਤਿਵਾੜੀ ਨੇ ਕਾਂਗਰਸ ਦੇ ਕਾਟੋ ਕਲੇਸ਼ ਤੇ ਪਾਇਆ ਪਰਦਾ, ਕਿਹਾ ਪਾਰਟੀ ਅੰਦਰ ਕੋਈ ਝਗੜਾ ਨਹੀਂ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸਿੱਖ ਕੌਮ ਨੂੰ ਸਰਕਾਰਾਂ ਤੇ ਅਦਾਲਤਾਂ ਇਨਸਾਫ ਨਹੀਂ ਦੇ ਸਕੀਆਂ, ਇਸੇ ਕਰਕੇ ਹੀ ਸਿੱਖ ਕੌਮ ਨੇ ਅਕਾਲ ਪੁਰਖ ਅੱਗੇ ਕੀਤੀ ਅਰਦਾਸ। ਇੱਕ ਵਾਰ ਮੁੜ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸੁਖਪਾਲ ਖਹਿਰਾ ਦੀ ਕਾਂਗਰਸ 'ਚ ਵਾਪਸੀ, ਆਪ ਦੇ 2 ਬਾਗੀ ਵਿਧਾਇਕ ਵੀ ਹੋਏ ਕਾਂਗਰਸ ਵਿੱਚ ਸ਼ਾਮਲ, ਕੈਪਟਨ ਨੇ ਕੀਤਾ ਸਵਾਗਤ। ਕਾਂਗਰਸੀ ਵਿਧਾਇਕਾਂ ਨੇ ਪੁੱਤਰਾਂ ਨੂੰ ਨੌਕਰੀ ਦੇਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਦਿੱਤਾ ਧਰਨਾ। ਫਾਈਜ਼ਰ ਤੇ ਮੋਡਰਨਾ ਤੋਂ ਬਾਅਦ ਕੋਰੋਨਾ ਵੈਕਸੀਨ ਕੋਵਿਸ਼ੀਲਡ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਸਰਕਾਰ ਤੋਂ ਕਾਨੂੰਨੀ ਸੁਰੱਖਿਆ ਦੀ ਕੀਤੀ ਮੰਗ। ਜੌਨਸਨ ਐਂਡ ਜੌਨਸਨ ਪਾਊਡਰ ਦੇ ਨਾਲ 22 ਔਰਤਾਂ ਨੂੰ ਕੈਂਸਰ, ਕੰਪਨੀ ਨੂੰ ਦੇਣਾ ਪਵੇਗਾ 14,500 ਕਰੋੜ ਦਾ ਹਰਜਾਨਾ, ਅਮਰੀਕਾ 'ਚੋਂ ਸਾਹਮਣੇ ਆਇਆ ਇਹ ਮਾਮਲਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਤੇ ਕਰ ਰਹੇ ਨੇ ਕਾਰੋਬਾਰ, ਲੋਕਾਂ ਨੂੰ ਲੱਗਣ ਵਾਲੀ ਵੈਕਸੀਨ ਵੇਚੀ ਪ੍ਰਾਈਵੇਟ ਹਸਪਤਾਲਾਂ ਨੂੰ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।
अपने घर के खाने में कुछ अलग ही बात होती है। चाहे वो मक्खन वाली दाल हो या घी वाली इडलियां, आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। रियल एस्टेट की बात करें, नाम एक ही याद करें। वाजिद मालिक, वाजिद मालिक। आईसेल सर्विस देते हैं, सबकी दुआएं लेते हैं। वाजिद मालिक के पास आइए, जन्नत जैसा घर पाइए। वाजिद मालिक, वाजिद मालिक। पल्ले पल्ले खुशियां बांटते, आजो आजो बुकिंग करा दो। फोन नंबर 4168273333 ਲੱਗੀ ਹੋਈ ਹੈ। ਉਹ ਚੂਜ਼ ਕਰ ਸਕਦੇ ਨੇ ਕਿ ਉਹਨਾਂ ਨੇ ਸੇਮ ਵੈਕਸੀਨ ਲਗਵਾਣੀ ਹੈ ਕਿ mRNA ਦਾ ਕੋਈ ਸ਼ਾਟ ਲਗਵਾਉਣਾ ਹੈ, ਫਾਈਜ਼ਰ ਦਾ ਜਾਂ ਮੋਡਰਨਾ ਦਾ ਕੋਈ ਸ਼ਾਟ ਲਗਾਉਣਾ ਹੈ। ਔਰ ਜਿਹੜੀ ਸੈਕਿੰਡ ਡੋਜ਼ ਦੀ ਜਿਹੜੀ ਆਪਸ਼ਨਸ ਨੇ ਦੋਨੋਂ ਡੋਜ਼ਿਸ ਦੀ ਉਹ ਅਵੇਲੇਬਲ ਹੋਏਗੀ 12 ਹਫ਼ਤਿਆਂ ਦਾ ਇੰਟਰਵਲ ਦੇ ਵਿੱਚ। ਔਰ ਇਸ ਦੇ ਨਾਲ ਇਸ ਗੱਲ ਨੂੰ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ 12 ਹਫ਼ਤੇ ਦੀ ਜਿਹੜੀ ਹੈ ਐਲੀਜੀਬਿਲਿਟੀ ਉਸ ਨੂੰ ਨਿਸ਼ਚਿਤ ਕੀਤਾ ਜਾਏ, ਜਿਹੜੀ ਫਸਟ ਡੋਜ਼ ਤੋਂ ਲੈ ਕੇ ਸੈਕਿੰਡ ਡੋਜ਼ ਤੱਕ ਲੱਗਣੀ ਹੈ। ਔਰ ਜਿਹੜੇ ਵੀ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਸੈਕਿੰਡ ਡੋਜ਼ ਐਸਟਰਾਜ਼ੇਨੇਕਾ ਦੀ ਮਿਲੇ, ਔਰ ਉਹ ਸੇਮ ਫਾਰਮੇਸੀ ਜਾਂ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਨੂੰ ਕੰਟੈਕਟ ਕਰ ਸਕਦੇ ਨੇ ਜਿੱਥੇ ਉਹਨਾਂ ਨੇ ਪਹਿਲੀ ਅਪਾਇੰਟਮੈਂਟ ਬੁੱਕ ਕੀਤੀ ਸੀਗੀ। ਔਰ ਜੇ ਉਹ mRNA ਦੀ ਜਿਹੜੀ ਕੋਈ ਵੈਕਸੀਨ ਲਗਵਾਉਣਾ ਚਾਹੁੰਦੇ ਨੇ, ਫਾਈਜ਼ਰ ਜਾਂ ਮੋਡਰਨਾ ਲਗਵਾਉਣਾ ਚਾਹੁੰਦੇ ਨੇ, ਤੇ ਫਿਰ ਉਹ ਇਸ ਤਰ੍ਹਾਂ ਦੀ ਕਿਸੇ ਫਾਰਮੇਸੀ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਅਪਾਇੰਟਮੈਂਟ ਦੀ ਜਿੱਥੇ ਕਿ ਫਾਈਜ਼ਰ ਔਰ ਮੋਡਰਨਾ ਆਫਰ ਕੀਤੀ ਜਾਂਦੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਕੁਝ ਫਾਰਮੇਸੀਜ਼ ਜਿਹੜੀਆਂ ਜਾਂ ਪ੍ਰਾਇਮਰੀ ਕੇਅਰ ਸੈਟਿੰਗਸ ਉਹ ਆਪ ਹੀ ਜਿਹੜੇ ਐਲੀਜੀਬਲ ਰੈਜ਼ੀਡੈਂਟਸ ਨੇ ਉਹਨਾਂ ਨੂੰ ਰੀਚ ਆਊਟ ਕਰਨਗੇ, ਉਹਨਾਂ ਨੂੰ ਕੰਟੈਕਟ ਕਰਨਗੇ। ਔਰ ਅਗਲੇ ਹਫਤੇ ਤੋਂ ਜਿਹੜੀ ਸੈਕਿੰਡ ਡੋਜ਼ ਓਨਲੀ ਆਪਸ਼ਨ ਜਿਹੜੀ ਹੈ ਉਹ ਵੀ ਅਵੇਲੇਬਲ ਹੋਏਗੀ। ਪ੍ਰੋਵਿੰਸ ਦੇ ਆਨਲਾਈਨ ਜਿਹੜਾ ਬੁਕਿੰਗ ਸਿਸਟਮ ਹੈ, ਪੋਰਟਲ ਹੈਗਾ ਹੈ ਕਿ ਉਸ ਦੇ ਵਿੱਚ ਤੁਸੀਂ ਸਿਰਫ ਸੈਕਿੰਡ ਡੋਜ਼ ਆਪਣੀ ਬੁੱਕ ਕਰਾਉਣ ਵਾਸਤੇ ਉਹ ਜੇ ਕਰਾਉਣੀ ਹੈ ਤੇ ਤੁਸੀਂ ਉਹਨੂੰ ਜਿਹੜਾ ਕਲਿੱਕ ਕਰ ਸਕਦੇ ਹੋ। ਫਾਈਜ਼ਰ ਜਾਂ ਮੋਡਰਨਾ ਦਾ ਜਿਹੜੇ ਤੁਸੀਂ ਸ਼ਾਟ ਲਗਵਾਉਣਾ ਹੈ, ਜਿਹੜੇ ਵੀ ਐਲੀਜੀਬਲ ਰੈਜ਼ੀਡੈਂਟਸ ਹੋਣਗੇ ਉਹ ਪਬਲਿਕ ਹੈਲਥ ਯੂਨਿਟਸ ਦੇ ਵਿੱਚ ਵੀ ਆਪਣੇ ਬੁਕਿੰਗ ਸਿਸਟਮ ਦੇ ਥਰੂ ਇਹ ਜਿਹੜੀ ਅਪਾਇੰਟਮੈਂਟਸ ਬੁੱਕ ਕਰਾ ਸਕਣਗੇ। ਔਰ ਹੁਣ ਸੈਕਿੰਡ ਸ਼ਾਟਸ ਵੀ ਲਗਾਤਾਰ ਲੱਗਦੇ ਜਾ ਰਹੇ ਨੇ ਜਲਦੀ। ਔਰ ਬਹੁਤ ਸਾਰੀ ਖਬਰਾਂ ਹਜੇ ਸਾਡੇ ਕੋਲ ਬਾਕੀ ਨੇ। 12 ਸਾਲ ਦੇ ਜਿਹੜੇ ਬੱਚੇ, 12 ਸਾਲ ਤੋਂ ਉੱਪਰ ਦੇ ਜਿਹੜੇ ਬੱਚਿਆਂ ਦੀ ਵੈਕਸੀਨੇਸ਼ਨਸ ਹੁਣ ਜਿਹੜੀ ਚੱਲ ਰਹੀਆਂ ਨੇ ਉਸ ਦੇ ਵਾਸਤੇ ਬਹੁਤ ਸਾਰੇ ਜਿਹੜੇ ਕਲੀਨਿਕਸ ਹੁਣ ਖੋਲ ਦਿੱਤੇ ਗਏ ਨੇ ਬਹੁਤ ਜਗ੍ਹਾ ਤੇ, ਜਿਹੜੇ ਅੱਜ ਤੋਂ ਇਹ ਸ਼ੁਰੂ ਹੋ ਗਏ ਨੇ ਜਿੱਥੇ ਕਿ ਵੈਕਸੀਨੇਸ਼ਨਸ ਬੱਚੇ ਲਗਵਾ ਸਕਦੇ ਨੇ। ਡਾਊਨਸਵੀ ਅਰੇਨਾ ਦੇ ਵਿੱਚ ਇੱਕ ਹੋਰ ਜਿਹੜਾ ਸੈਕੰਡ ਈਅਰ ਕਾਲਜ ਹੈਗਾ ਉੱਥੇ ਹੈ। ਕਾਫੀ ਸਾਰੀ ਹੋਰ ਪਲੇਸਿਸ ਹੈਗੀਆਂ, ਵਿਕਟੋਰੀਆ ਵਿਲੇਜ ਹੈ। ਔਰ ਇਸ ਦੇ ਨਾਲ ਜਿਹੜਾ ਬ੍ਰੈਮਲੀ ਸਿਵਿਕ ਸੈਂਟਰ ਦੇ ਵਿੱਚ ਔਰ ਸ਼ੈਰੀਡਨ ਕਾਲਜ ਤੇ ਡੇਵਿਸ ਕੈਂਪਸ ਦੇ ਵਿੱਚ ਵੀ ਤੁਸੀਂ ਹੁਣ ਜਿਹੜੀਆਂ 12 ਸਾਲ ਤੋਂ ਉੱਪਰ ਦੇ ਬੱਚਿਆਂ ਦੀ ਬੁਕਿੰਗਸ ਕਰਾ ਸਕਦੇ ਹੋ। ਲਗਾਤਾਰ ਫਟਾਫਟ ਜਿਹੜੀਆਂ ਵੈਕਸੀਨੇਸ਼ਨਸ ਲੱਗ ਰਹੀਆਂ ਨੇ, ਪਰ ਸਕੂਲਸ ਦਾ ਕੀ ਸਿਸਟਮ ਰਹੇਗਾ ਉਸ ਦੀ ਵੀ ਤੁਹਾਡੇ ਨਾਲ ਖਬਰ ਅਸੀਂ ਸਾਂਝੀ ਕਰਨੀ ਹੈ ਕਿ ਸਕੂਲਸ ਕਦੋਂ ਖੁੱਲ੍ਹਣੇ ਹੈ ਕਿ ਨਹੀਂ ਖੁੱਲ੍ਹਣੇ, ਕਿਉਂਕਿ ਜਿਹੜੀ ਇਕਨੋਮਿਕ ਰੀਓਪਨਿੰਗ ਜਿਹੜਾ ਪਲਾਨ ਹੈਗਾ ਹੈ ਉਸ ਦੇ ਵਾਸਤੇ ਜਿਹੜੀ MPPs ਜਿਹੜੀ ਬ੍ਰੇਕ ਲੈਣਗੇ ਸਮਰ ਤੋਂ ਪਹਿਲਾਂ। ਜਿਹੜੀ ਮੀਟਿੰਗ ਉਹਨਾਂ ਦੀ ਹੋ ਰਹੀ ਹੈਗੀ ਹੈ ਔਰ ਉਹ ਜਿਹੜਾ ਫਾਈਨਲ ਕੁਐਸਚਨ ਪੀਰੀਅਡ ਹੈਗਾ ਸਪ੍ਰਿੰਗ ਸੈਸ਼ਨ ਦਾ ਉਹ ਅੱਜ ਹੋ ਰਿਹਾ ਓਨਟਾਰੀਓ ਦਾ, ਜਿਸ ਦੇ ਵਿੱਚ ਕਿ ਪੈਂਡੇਮਿਕ ਤੋਂ ਬਾਅਦ ਜਿਹੜਾ ਹੈ ਰੀਓਪਨਿੰਗ ਪਲਾਨ ਹੈ ਪ੍ਰੋਵਿੰਸ ਦਾ ਉਸ ਦੇ ਬਾਰੇ ਜ਼ਿਆਦਾ ਗੱਲਬਾਤ ਕੀਤੀ ਜਾਏਗੀ। ਔਰ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਜਿਹੜਾ ਫੋਕਸ ਹੈਗਾ ਆਫ ਕੋਰਸ ਉਹ ਇੱਕ ਤੇ ਇਸ ਗੱਲ ਤੇ ਹੈਗਾ ਹੀ ਹੈ ਕਿ 14 ਜੂਨ ਤੋਂ ਟੈਂਟੇਟਿਵਲੀ ਜਿਹੜਾ ਸਕੈਜੂਲ ਕੀਤਾ ਗਿਆ ਸੀਗਾ ਪ੍ਰੋਵਿੰਸ ਦਾ ਰੀਓਪਨਿੰਗ ਪਲਾਨ ਦਾ ਜਿਹੜਾ ਸਟੈਪ 1। ਔਰ ਇਸ ਦੇ ਨਾਲ ਜਿਹੜੇ ਸਕੂਲਸ ਦੇ ਖੁੱਲਣ ਦਾ ਕੀ ਚਾਂਸਸ ਹੈਗੇ ਨੇ, ਕਿਉਂਕਿ ਹਜੇ ਵੀ 3 ਹਫ਼ਤੇ ਪਏ ਹੈ ਸਕੂਲਸ ਦੇ ਜਿਹੜੇ ਜੂਨ 23, 24, 25 ਤੱਕ ਤਕਰੀਬਨ ਸਕੂਲ ਜਿਹੜਾ ਹੈ ਲੱਗਦਾ ਹੁੰਦਾ ਤੇ ਉਸ ਦੇ ਵਿੱਚ ਕਿ ਸਕੂਲ ਵੀ ਖੋਲੇ ਜਾਣਗੇ ਕਿ ਨਹੀਂ ਖੋਲੇ ਜਾਣਗੇ ਇਸ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ। ਔਰ ਜਿਹੜੇ ਪ੍ਰੈਜ਼ੀਡੈਂਟ ਨੇ ਓਨਟਾਰੀਓ ਪਬਲਿਕ ਸਕੂਲ ਬੋਰਡ ਐਸੋਸੀਏਸ਼ਨ ਦੇ, ਉਹਨਾਂ ਨੇ ਦੱਸਿਆ ਹੈ ਕਿ 3 ਹਫ਼ਤੇ ਜਿਹੜਾ ਹੈ ਉਹ ਟਾਈਮ ਬੜਾ ਥੋੜਾ ਹੈ। ਜਿਸ ਤਰ੍ਹਾਂ ਹੁਣ ਕੱਲ ਫੋਰਟ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਗ੍ਰੈਜੂਏਸ਼ਨ ਸੈਰੇਮਨੀਜ਼ ਹੋਣੀ ਹੈ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਦੇ ਜਿਹੜੀਆਂ ਉਹ ਇਨ ਪਰਸਨ ਗ੍ਰੈਜੂਏਸ਼ਨ ਸੈਰੇਮਨੀਜ਼ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਪਰ
ਬੋਰਡ ਦਾ ਕਹਿਣਾ ਹੈ ਕਿ ਇਹ ਬੜਾ ਥੋੜਾ ਟਾਈਮ ਹੈ ਇਸ ਤਰ੍ਹਾਂ ਦੀ ਜਿਹੜੀ ਗ੍ਰੈਜੂਏਸ਼ਨ ਪਲਾਨ ਜਿਹੜੀਆਂ ਸੈਰੇਮਨੀਜ਼ ਨੂੰ ਪਲਾਨ ਕਰਨ ਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਬੜਾ ਵੱਡਾ ਇਹ ਪ੍ਰੋਜੈਕਟ ਹੁੰਦਾ ਹੈ। ਔਰ ਸਕੂਲਸ ਜਨਰਲੀ ਜਿਹੜੀ ਪਲੈਨਿੰਗ ਕਰਦੇ ਨੇ ਗ੍ਰੈਜੂਏਸ਼ਨ ਸੈਰੇਮਨੀਜ਼ ਦੀ ਜਨਵਰੀ ਦੇ ਵਿੱਚ ਸ਼ੁਰੂ ਹੋ ਜਾਂਦੀਆਂ, ਕਾਫੀ ਦੇਰ ਲੱਗਦੀ ਹੈ। ਔਰ ਆਲਰੇਡੀ ਇਹ ਪਲੈਨਿੰਗ ਕੀਤੀ ਗਈ ਹੈ ਕਿ ਵਰਚੁਅਲ ਔਰ ਡਰਾਈਵ ਥਰੂ ਇਵੈਂਟਸ ਜਿਹੜੇ ਸਟੂਡੈਂਟਸ ਵਾਸਤੇ ਕੀਤੇ ਜਾਣਗੇ, ਇਸ ਤਰ੍ਹਾਂ ਜਿਹੜੀਆਂ ਗ੍ਰੈਜੂਏਸ਼ਨ ਦੀ ਜਿਹੜੀਆਂ ਸੈਰੇਮਨੀਜ਼ ਹੋਣਗੀਆਂ। ਔਰ ਸਭ ਤੋਂ ਵੱਡਾ ਜਿਹੜਾ ਕੰਸਰਨ ਇਸ ਵੇਲੇ ਉਹਨੂੰ ਦਿਖਲਾਇਆ ਜਾ ਰਿਹਾ ਹੈ ਪ੍ਰੈਜ਼ੀਡੈਂਟ ਆਫ ਓਨਟਾਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਵੱਲੋਂ ਕਿ ਜਿਹੜਾ ਬੱਚਿਆਂ ਦਾ ਐਕੈਡੈਮਿਕ ਸੋਸ਼ਲ ਡਿਵੈਲਪਮੈਂਟ ਜਿਹੜਾ ਲਾਸ ਹੋ ਰਿਹਾ ਹੈ ਸਟੂਡੈਂਟਸ ਦਾ, ਉਸ ਦੇ ਵੱਲ ਬਹੁਤ ਜ਼ਿਆਦਾ ਧਿਆਨ ਹਜੇ ਪ੍ਰੋਵਿੰਸ ਵੱਲੋਂ ਨਹੀਂ ਦਿੱਤਾ ਜਾ ਰਿਹਾ। ਦੇਖਦੇ ਹਾਂ ਕਿ ਇਸ ਤੇ ਹੁਣ ਕੀ ਸਿੱਟੇ ਨਿਕਲਦੇ ਨੇ। रियल एस्टेट की बात करें, नाम एक ही याद करें। वाजिद मलिक, वाजिद मलिक। बाय सेल सर्विस देते हैं, सबकी दुआएं लेते हैं। वाजिद मलिक के पास आइए, जन्नत जैसा घर पाइए। वाजिद मलिक, वाजिद मलिक। बल्ले बल्ले खुशियां बंटते, आजो आजो बुकिंग करा लो। फोन नंबर 4168273333 और wajidmalik.com। ट्रस्ट ही सब कुछ है आपका वाजिद मलिक। ਜੀਤੇ ਯਾਰ ਟਰੱਕ ਅੱਜ ਫਿਰ ਖਰਾਬ ਹੋ ਗਿਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਲੈ ਕੇ ਜਾਓ, ਜਿੱਥੇ ਸਰਟੀਫਾਈਡ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਮਕੈਨਿਕਾਂ ਦੀ ਟੀਮ ਤੁਹਾਡੇ ਟਰੱਕ ਦੀ ਹਰ ਤਰ੍ਹਾਂ ਦੀ ਰਿਪੇਅਰ, ਆਇਲ ਤੇ ਫਿਲਟਰ ਚੇਂਜ, ਡਾਇਗਨੋਸਟਿਕ, ਇਲੈਕਟ੍ਰਿਕ ਡਾਇਗਨੋਜ਼, ਇੰਜਨ ਅਤੇ ਟਰਾਂਸਮਿਸ਼ਨ ਦੀ ਰੀਬਿਲਡ ਕਰਦੀ ਏ। ਹਰ ਮੇਕ ਅਤੇ ਮਾਡਲ ਦੇ ਟਰੱਕਾਂ ਦੀ ਰਿਪੇਅਰ ਲਈ ਪਹੁੰਚੋ ਈਸਟ ਕੋਸਟ ਡੀਜ਼ਲ ਟਰੱਕ ਸੈਂਟਰ ਤੇ ਜਾਂ ਕਾਲ ਕਰੋ 9055640002। ਪ੍ਰਾਈਵੇਟ ਮੋਰਗੇਜ ਲਈ ਇੱਕੋ ਹੀ ਨਾਮ ਲੈਂਡਿੰਗ ਸਰਕਲ। ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਇਕੁਇਟੀ ਲੋਨ ਐਂਡ ਡੈਟ ਕੰਸੋਲੀਡੇਸ਼ਨ ਲੋਨ ਵਾਸਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇ ਤੁਹਾਨੂੰ ਕ੍ਰੈਡਿਟ ਕਾਰਡ ਜਾਂ ਕੋਈ ਹੋਰ ਕਰਜ਼ਾ ਮੋੜਨ ਲਈ ਘਰ ਦੀ ਇਕੁਇਟੀ ਵਿੱਚੋਂ ਪੈਸੇ ਚਾਹੀਦੇ ਹੋਣ ਤੇ ਲੈਂਡਿੰਗ ਸਰਕਲ ਨਾਲ ਗੱਲ ਕਰੋ। ਜੇਕਰ ਤੁਹਾਡੀ ਮੋਰਗੇਜ ਲਾਸਟ ਮਿੰਟ ਤੇ ਰਿਫਿਊਜ਼ ਹੋ ਗਈ ਹੈ ਤੇ ਅਸੀਂ ਫਟਾਫਟ ਸ਼ਾਰਟ ਟਰਮ ਮੋਰਗੇਜ ਫਾਈਨੈਂਸਿੰਗ ਦੇ ਸਕਦੇ ਹਾਂ। ਲੈਂਡਿੰਗ ਸਰਕਲ 647 490 9734 6474909734। मई 28 ਤੋਂ ਜੂਨ 6 ਤੱਕ ਸ਼ੇਰਡਨ ਕਾਲਜ ਬਰੈਂਪਟਨ ਕੈਂਪਸ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾਵੇਗੀ। ਇਹ ਕਲੀਨਿਕ 12 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ ਜੋ ਪੀਓ ਰੀਜਨ ਵਿੱਚ ਰਹਿੰਦੇ, ਕੰਮ ਕਰਦੇ ਅਤੇ ਸਕੂਲ ਵਿੱਚ ਪੜ੍ਹਦੇ ਹਨ। ਤੁਹਾਨੂੰ ਸਿਟੀਜ਼ਨ ਜਾਂ PR ਹੋਣ ਦੀ ਲੋੜ ਨਹੀਂ ਹੈ, ਸਿਰਫ ਉਮਰ ਲਈ ਪਹਿਚਾਣ ਪੱਤਰ ਚਾਹੀਦਾ ਹੈ। ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ sheridancollege.ca/vaccine ਤੇ ਜਾਓ। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬਰੈਂਪਟਨ ਸੋਲਰ ਲਾਈਟ। ਹਾਂਜੀ, ਉਹ ਵੀ 4 LED ਲਾਈਟਾਂ ਸਿਰਫ $69, ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਨਿਊ ਸਮਾਈਲ ਡੈਂਚਰ ਕਲੀਨਿਕ। ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ, ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ। ਪ੍ਰੋਵਿੰਸ ਨੇ ਹੁਣ ਅਨਾਉਂਸ ਕੀਤਾ ਹੈ ਕਿ ਜਿਹੜੇ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਸੀਗੀਆਂ ਕੋਵਿਡ-19 ਦੀਆਂ, ਉਹਨਾਂ ਚੋਂ ਕੁਝ ਰੈਸਟ੍ਰਿਕਸ਼ਨਸ ਹੌਲੀ-ਹੌਲੀ ਜਿਹੜੀਆਂ ਈਜ਼ ਡਾਊਨ ਕੀਤੀਆਂ ਜਾਣਗੀਆਂ। ਸੋਸ਼ਲ ਕਨੈਕਸ਼ਨਸ ਜਿਹੜਾ ਹੈ ਆਪਣੇ ਪਿਆਰਿਆਂ ਦੇ ਨਾਲ ਇਹਨਾਂ ਦਾ ਜ਼ਿਆਦਾ ਵੱਧ ਸਕਦਾ ਹੈ। 9 ਜੂਨ ਤੋਂ ਇਹ ਜਿਹੜੇ ਰੈਜ਼ੀਡੈਂਟਸ ਹੋਣਗੇ ਇਹਨਾਂ ਨੂੰ ਕੁਝ ਚੀਜ਼ਾਂ ਜਿਹੜੀਆਂ ਅਲਾਉ ਕੀਤੀਆਂ ਜਾਣਗੀਆਂ। ਜਿਹੜੇ ਰੈਜ਼ੀਡੈਂਟਸ ਪੂਰੀ ਤਰ੍ਹਾਂ ਨਾਲ ਇਮਿਊਨਾਈਜ਼ਡ ਨੇ ਉਹ ਲੌਂਗ ਟਰਮ ਕੇਅਰ ਹੋਮਸ ਨੂੰ ਇੱਕ ਦਿਨ ਵਾਸਤੇ ਜਾਂ ਓਵਰਨਾਈਟ ਸੋਸ਼ਲ ਆਊਟਿੰਗਸ ਜਾਂ ਟ੍ਰਿਪਸ ਵਾਸਤੇ ਛੱਡ ਕੇ ਜਾ ਸਕਦੇ ਨੇ। ਔਰ ਰੈਜ਼ੀਡੈਂਟਸ ਜਿਨ੍ਹਾਂ ਦੇ ਮੋਬਿਲਿਟੀ ਲਿਮਿਟੇਸ਼ਨਸ ਹੈਗੀਆਂ ਜਾਂ ਕੁਝ ਇਸ ਤਰ੍ਹਾਂ ਦੀ ਹੈਲਥ ਕੰਡੀਸ਼ਨਸ ਨੇ ਕਿ ਬਾਹਰ ਨਹੀਂ ਜਾ ਸਕਦੇ, ਉਹਨਾਂ ਦੇ ਨਾਲ ਜਿਹੜਾ ਹੈ ਪੂਰੇ ਦਿਨ ਵਾਸਤੇ ਐਸੈਂਸ਼ੀਅਲ ਕੇਅਰ ਗਿਵਰ ਦੇ ਨਾਲ ਇੱਕ ਜਨਰਲ ਵਿਜ਼ਿਟਰ ਵੀ ਰਹਿ ਸਕਦਾ ਹੈ। ਔਰ ਦੋਨੋਂ ਜੇ ਰੈਜ਼ੀਡੈਂਟ ਔਰ ਵਿਜ਼ਿਟਰਸ ਪੂਰੀ ਤਰ੍ਹਾਂ ਨਾਲ ਇਮਿਊਨਾਈਜ਼ਡ ਨੇ, ਫੁੱਲੀ ਇਮਿਊਨਾਈਜ਼ਡ ਨੇ, ਤੇ ਫਿਰ ਬਰੀਫਲੀ ਇੱਕ ਦੂਸਰੇ ਨੂੰ ਹੱਗ ਵੀ ਕਰ ਸਕਦੇ ਨੇ ਔਰ ਕਲੋਜ਼ ਫਿਜ਼ੀਕਲ ਕੰਟੈਕਟ ਵੀ ਕੀਤਾ ਜਾ ਸਕਦਾ ਹੈ, ਹੱਥ ਪਕੜ ਸਕਦੇ ਨੇ ਇੱਕ ਦੂਸਰੇ ਦਾ। ਔਰ ਇਹ ਸਾਰੇ ਜਿਹੜੀ ਹੈ ਚੀਜ਼ਾਂ ਅਲਾਉ ਕੀਤੀਆਂ ਜਾ ਰਹੀਆਂ ਨੇ।
ਔਰ ਇੱਕ ਅੰਦਾਜ਼ੇ ਮੁਤਾਬਿਕ 97% ਜਿਹੜੇ ਲੌਂਗ ਟਰਮ ਕੇਅਰ ਦੇ ਜਿਹੜੇ ਰੈਜ਼ੀਡੈਂਟਸ ਨੇ ਉਹ ਫੁੱਲੀ ਇਮਿਊਨਾਈਜ਼ ਹੋ ਚੁੱਕੇ ਨੇ ਔਰ 99% ਜਿਹੜਾ ਸਟਾਫ ਹੈ ਉਹਨਾਂ ਨੂੰ ਘੱਟੋ ਘੱਟ ਪਹਿਲੀ ਡੋਜ਼ ਵੈਕਸੀਨੇਸ਼ਨ ਦੀ ਮਿਲ ਚੁੱਕੀ ਹੈ ਔਰ 66% ਜਿਹੜਾ ਸਟਾਫ ਹੈ ਫੁੱਲੀ ਇਮਿਊਨਾਈਜ਼ ਹੋ ਚੁੱਕਾ ਹੈ। ਤੇ ਇਹ ਕੁਝ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਈਜ਼ ਕੀਤੀਆਂ ਜਾ ਰਹੀਆਂ ਹੈ, ਜਿਹੜਾ ਕਿ ਇੱਕ ਵੈਲਕਮਿੰਗ ਸਟੈਪ ਹੈਗਾ ਹੈ। ਇੱਕ ਹੋਰ ਅੱਛੀ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰੀਏ, ਟੋਰਾਂਟੋ ਪੁਲਿਸ ਨੇ ਇੱਕ ਬੱਚੇ ਨੂੰ ਜਿਹੜਾ ਕਿ ਗੁਆਚਿਆ ਲੱਗਦਾ ਸੀਗਾ ਆਪਣੀ ਮਾਂ ਦੇ ਨਾਲ ਮਿਲਾ ਦਿੱਤਾ ਹੈਗਾ ਹੈ ਔਰ ਇਹ ਜਿਹੜਾ ਬੱਚਾ ਹੈ ਇਹ ਡੈਨਫਰਥ ਐਵੀਨਿਊ ਔਰ ਕਾਕਸਵੈਲ ਐਵੀਨਿਊ ਦੇ ਏਰੀਆ ਦੇ ਉੱਪਰ ਇਸ ਤਰ੍ਹਾਂ ਕੱਲਾ ਹੀ ਘੁੰਮ ਰਿਹਾ ਸੀਗਾ ਜਦੋਂ ਪੁਲਿਸ ਨੂੰ ਕਾਲਸ ਆਈਆਂ ਤੇ ਪੁਲਿਸ ਨੇ ਫਿਰ ਦੱਸਿਆ ਕਿ ਬੱਚੇ ਨੂੰ ਜਦੋਂ ਗੱਲ ਉਹਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬੱਚਾ ਗੱਲ ਨਹੀਂ ਸੀ ਕਰ ਰਿਹਾ, ਗੱਲ ਨਹੀਂ ਸੀ ਕਰ ਪਾ ਰਿਹਾ, ਉਹਦੇ ਨਾਲ ਕਮਿਊਨੀਕੇਸ਼ਨ ਨਹੀਂ ਸੀ ਹੋ ਪਾ ਰਿਹਾ। ਪਰ ਇਸ ਗੱਲ ਦਾ ਪਤਾ ਲਗਾਇਆ ਕਿ ਕਿੱਥੇ ਰਹਿੰਦਾ ਹੈ, ਉਹ ਕਿਸੇ ਤਰ੍ਹਾਂ ਨਾਲ ਬੱਚੇ ਨੂੰ ਗਾਈਡ ਉਹਦੇ ਕੋਲੋਂ ਪੁੱਛਿਆ ਗਿਆ ਔਰ ਬੱਚਾ ਬਿਲਕੁਲ ਗੁੱਡ ਸਪਿਰਿਟਸ ਦੇ ਵਿੱਚ ਹੈ, ਸੇਫ ਹੈਗਾ, ਆਪਣੀ ਮਾਂ ਦੇ ਨਾਲ ਮਿਲਾ ਦਿੱਤਾ ਗਿਆ ਹੈ। ਜੁੜੇ ਹੋਏ ਤੁਸੀਂ ਪ੍ਰਵਾਸੀ ਪਲੱਸ ਦੇ ਨਾਲ। ਟ੍ਰੈਫਿਕ ਟਿਕਟਾਂ, ਸਪੀਡਿੰਗ ਦੀ ਟਿਕਟ, ਸਟੰਟ ਡਰਾਈਵਿੰਗ, ਕੇਅਰਲੈਸ ਡਰਾਈਵਿੰਗ, ਸਸਪੈਂਡਡ ਲਾਇਸੈਂਸ ਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਕੈਮਰੇ ਦੀ ਟਿਕਟ ਹੋਵੇ, ਪੁਆਇੰਟ ਸੇਵਰ ਦੇ ਕਾਨੂੰਨੀ ਐਕਸਪਰਟ ਅਫੋਰਡੇਬਲ ਆਪਸ਼ਨਾਂ ਨਾਲ ਤੁਹਾਡੇ ਜੁਰਮਾਨੇ ਘੱਟ ਜਾਂ ਫਿਰ ਮਾਫ ਕਰਵਾ ਸਕਦੇ ਹਨ। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844-764-6877। इस तेज चलते वक्त में एक सही फैसला ही आपकी कामयाबी है। एक सही फिर मुलाकात करांगे बेमिसाल फिल्म तो सुनो ए गीत। धन्यवाद, नमस्कार, सत श्री अकाल।